ਤੇ ਇੱਕ ਰੇਡੀਓ ਚੈਨਲ ਹੀ ਕੀ ਨਾਮ ਹੈ ਉਹਦਾ ਟਾਂਡੀ ਮੰਗਟਾ ਵਿੱਚ ਜਾਣਾ ਆਪਾਂ ओ भाई साहब ਸਮਾਨ ਕੌਣ ਚੁੱਕੇਗਾ ਸਮਾਨ ਕੌਣ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਜੀ ਪ੍ਰਭ ਕੋੜਵਾ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਨਵੀਂ ਨਵੇਲੀ ਗੱਡੀ ਬਾਰੇ ਕਾਲੀ ਬਿਮਰ ਵਾਲੇ ਤੇ ਤੁਹਾਨੂੰ ਦੱਸਾਂਗੇ ਕਿੰਨੇ ਦੀ ਆ ਸਟੂਡੈਂਟ ਲਈ ਕਿਹੜੀ ਗੱਡੀ ਲੈਣੀ ਠੀਕ ਆ ਐਂਡ ਕਿਹੜੀ ਗੱਡੀ ਉਹਨੂੰ ਲੈਣੀ ਚਾਹੀਦੀ ਆ ਸਾਰਾ ਕੁਝ ਦੱਸਾਂਗੇ ਅੱਜ ਦੀ ਵੀਡੀਓ 'ਚ ਐਂਡ ਆ ਬਿਮਰ ਕਿੰਨੇ ਦੀ ਆ ਠੀਕ ਹੈ ਐਂਡ ਆਪਾਂ ਕੀ ਪਵਾਇਆ ਜਿਵੇਂ ਕਿ ਅਲੋਏ ਪਹਿਲਾਂ ਇਹਦੇ ਕਾਲੇ ਨਹੀਂ ਸੀ ਆਪਾਂ ਅਲੋਏ ਕਾਲੇ ਕੀਤੇ ਆ ਕਿੱਦਾਂ ਕਰ ਸਕਦੇ ਆਪਾਂ ਅਲੋਏ ਕਾਲੇ ਆਪੇ ਉਹ ਸਭ ਦੱਸਾਂਗੇ ਬਾਕੀ ਭਜਾ ਭਜੂ ਕੇ ਵੀ ਦੱਸਦੇ ਆ ਬਾਕੀ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਆ ਜੋ ਪਹਿਲਾਂ ਸਭ ਤੋਂ ਇਹਦੀ ਨੰਬਰ ਪਲੇਟ ਦੇਖੋ ਸਭ ਤੋਂ ਮੇਰੀ ਫੇਵਰੇਟ ਗੱਡੀਆਂ ਜੋ ਸਾਰੀਆਂ ਜਿੰਨੀ ਵੀ ਬਰੈਂਪਟਨ 'ਚ ਗੱਡੀਆਂ ਨੇ ਸਭ ਤੋਂ ਫੇਵਰੇਟ ਚੀਜ਼ ਆ ਮੇਰੀ ਇਹਦੀ ਨੰਬਰ ਪਲੇਟ ਜਿੱਦੀ ਜੱਟ ਹੁਣ ਮੈਂ ਹੀ ਸੁਜੈਸਟ ਕੀਤੀ ਸੀ ਅਗਲੇ ਮੰਨਣ ਜਾਂ ਨਾ ਮੰਨਣ ਤੇ ਉਹ ਖੜੀ ਆਪਣੀ ਗੱਡੀ ਵੀ ਉਧਰ ਉਹਦਾ ਵੀ ਰਿਵਿਊ ਬਣਾਵਾਂਗੇ ਕਿਸੇ ਦਿਨ ਪਰ ਅੱਜ ਵਾਰੀ ਆ ਜੀ ਕਾਲੀ ਬਿਮਰ ਦੀ ਆ ਤੁਹਾਨੂੰ ਪੂਰੀ ਗੱਡੀ ਦਿਖਾਉਂਦੇ ਆ ਤੇ ਤੁਹਾਨੂੰ ਹੀ ਅੰਦਰ ਬਿਠਾਉਂਦੇ ਆ ਜੋ ਬੈਠੋ ਚਲੋ ਜੀ ਲੋ ਜੀ ਇਸ ਟਾਈਮ ਆਪਾਂ ਮੈਕਲੋਗਿਨ ਸਟਰੀਟ ਤੇ ਕੀ ਆ ਮੈਕਲੋਗਲਿਨ ਤੇ ਇਹਦੇ ਤੇ ਅੱਗੇ ਜਾ ਕੇ ਸ਼ਾਈਡਨ ਪਲਾਜ਼ਾ ਆ ਜਾਂਦਾ ਤੇ ਉਹ ਤੋਂ ਪਹਿਲਾਂ ਆਪਾਂ ਗੱਡੀ ਦੀ ਕੁਝ ਚੀਜ਼ਾਂ ਬਾਰੇ ਗੱਲ ਕਰਦੇ ਆ ਜਿੱਦਾਂ ਕਿ ਆ ਇਹ ਕੀ ਚੀਜ਼ ਆ ਰੋਲਰ ਜਿਹਾ ਇਹ ਬਾਈ ਇਹ ਨਾਲ ਇਹਦੇ ਸਾਰੇ ਬੇਸਿਕ ਕੰਟਰੋਲ ਆ ਸੋ ਇਹਦੇ ਸਾਰੇ ਕੰਟਰੋਲਸ ਜਿਹੜੇ ਇੱਥੇ ਸਕਰੀਨ 'ਚ ਆਉਂਦੇ ਆ ਉਹ ਇੱਥੋਂ ਹੁੰਦੇ ਆ ਜਿਵੇਂ ਕਿ ਕਰਕੇ ਦਿਖਾਣਾ ਮੈਂ ਹੁਣ ਅਗਰ ਆਪਾਂ ਆ ਦੇਖੋ ਇਹਦੇ ਨਾਲ ਸਾਰਾ ਕੰਟਰੋਲ ਚੱਲਦਾ ਜਦੋਂ ਆਪਾਂ ਘੁਮਾਉਂਦੇ ਆ ਤਾਂ ਉੱਪਰ ਨੀਚੇ ਜਾ ਰਿਹਾ ਐਂਡ ਇਹਨੂੰ ਅਗਰ ਬੈਕ ਕਰੀਏ ਅਗਰ ਇਹਨੂੰ ਆਪਾਂ ਇੱਧਰ ਨੂੰ ਕਰਦੇ ਆ ਤਾਂ ਦੇਖੋ ਬੈਕ ਆ ਗਿਆ ਹੁਣ ਇੱਥੇ ਕਈ ਚੀਜ਼ਾਂ ਆ ਗਈਆਂ ਨੇ ਮੀਡੀਆ ਦਾ ਆ ਗਿਆ ਸਭ ਤੋਂ ਪਹਿਲਾਂ ਇਹ ਆ ਗਿਆ ਨੈਵੀਗੇਸ਼ਨ ਠੀਕ ਹੈ ਇੱਥੇ ਫੀਚਰ ਹੈ ਜੇ ਤੁਸੀਂ ਨੈਵੀਗੇਸ਼ਨ ਐਂਟਰ ਕਰਨੀ ਹੈ ਤੁਸੀਂ ਰਾਈਟ ਕਰ ਸਕਦੇ ਹੋ ਇਹਦੇ ਉੱਤੇ ਆ ਸਕਰੀਨ ਟੱਚ ਇਹ ਟੱਚ ਆ ਓਕੇ ਇਹ ਚੀਜ਼ ਟੱਚ ਆ ਵਾਲੀ ਆ ਹਾਂ ਓਕੇ ਟੱਚ ਕੀਤਾ ਐਡਰੈਸ ਭਰਨਾ ਤੁਸੀਂ ਤੇ ਜਿਵੇਂ ਤੁਸੀਂ ਜੇ ਇਦਾਂ ਦੇਖੋ ਮੈਂ ਆਰ ਲਿਖ ਦੇਣਾ ਓਕੇ ਉੱਥੇ ਆਰ ਲਿਖਿਆ ਆ ਗਿਆ ਜਿਵੇਂ ਆਪਾਂ ਇੱਥੇ ਲਿਖ ਦਿੰਨੇ ਆ ਏ ਕੁਝ ਵੀ ਲਿਖ ਦਿੰਨੇ ਆ ਆ ਦੇਖੋ ਉੱਥੇ ਮਤਲਬ ਟੱਚ ਸਕਰੀਨ ਆ ਚੀਜ਼ ਹੈ ਆ ਚੀਜ਼ ਬਹੁਤ ਇਹ ਮੈਨੂੰ ਪਤਾ ਨਹੀਂ ਆਈ ਪਹਿਲਾਂ ਹਨਾ ਸੋ ਇਹ ਬਹੁਤ ਵਧੀਆ ਚੀਜ਼ ਲੱਗੀ ਬਾਕੀ ਹੋਰ ਚੀਜ਼ਾਂ ਦਿਖਾਣਾ ਮੈਂ ਜਿਵੇਂ ਗੱਡੀ ਆਪਾਂ ਪੂਰੀ ਗੱਡੀ ਦਾ ਸਾਰਾ ਕੁਝ ਦੇਖ ਸਕਦੇ ਆ ਇੱਥੋਂ ਹੀ ਸਰਵਿਸ ਵਗੈਰਾ ਦਾ ਵੀ ਸਾਰਾ ਇਹ 'ਚ ਆ ਜਾਂਦਾ ਹੈ ਨਾ ਤੇ ਇਹ ਕਮਿਊਨੀਕੇਸ਼ਨ ਦਾ ਕੁਝ ਇਹ ਆਪਣੀ ਇਹ ਵਹੀਕਲ ਦੀ ਸੈਟਿੰਗਸ ਆ ਗਈਆਂ ਸਾਰਾ ਕੁਝ ਤੁਸੀਂ ਲੈਂਗੁਏਜ ਸੈੱਟ ਕਰ ਸਾਰਾ ਕੁਝ ਕਰ ਸਕਦੇ ਗੱਡੀ ਦਾ A to Z ਸਾਰਾ ਕੁਝ ਪਰਫਾਰਮੈਂਸ ਆ ਜਾਂਦੀ ਹੈ ਇੱਥੇ ਬਾਕੀ ਇੱਕ ਮਿੰਟ ਰੁਕੀਏ ਹੈਗੇ ਆਪੇ ਨੋਟੀਫਿਕੇਸ਼ਨਸ ਲਾਈਟਿੰਗ ਵਗੈਰਾ ਸਾਰਾ ਕੁਝ ਇੱਥੋਂ ਮਤਲਬ ਹੋ ਜਾਂਦਾ ਹੈ ਸੈੱਟ ਓਕੇ ਜੀ ਇਹ ਚੀਜ਼ ਆ ਬਾਕੀ ਮੋਡ ਵੀ ਇਹਦੇ ਹੈਗੇ ਆ ਕਿੰਨੇ ਮੋਡ ਆ 4 ਮੋਡ ਆ ਰਾਈਟ ਤੇ ਜਿਵੇਂ ਹੁਣ ਇਕੋ ਪ੍ਰੋ ਮੋਡ ਸਭ ਤੋਂ ਪਹਿਲਾਂ ਆ ਜੇ ਮਤਲਬ ਥੋੜਾ ਤੇਲ ਘੱਟ ਖਾਂਦੀ ਆ ਹੈਨਾ ਤੇ ਫਿਰ ਕੰਫਰਟ ਮੋਡ ਆ ਜਾਂਦਾ ਕੰਫਰਟ ਤੋਂ ਬਾਅਦ ਆਉਂਦਾ ਸਪੋਰਟਸ ਚਾਹੇ ਇੱਕਦਮ ਭੱਜੇਗੀ ਤੁਹਾਨੂੰ ਭਜਾ ਕੇ ਦਿਖਾਵਾਂਗੇ ਬਾਅਦ ਚ ਪੁਲਸੀਆ ਜਾ ਰਿਹਾ ਦੇਖੋ ਉਧਰ ਤੇ ਫਿਰ ਆ ਜਾਂਦਾ ਸਪੋਰਟਸ ਪਲੱਸ ਫਿਰ ਜੇ ਚ ਮਤਲਬ ਪੂਰੀ ਭੱਜਦੀ ਹੈ ਹੁਣ ਸਪੋਰਟਸ ਐਂਡ ਸਪੋਰਟਸ ਪਲੱਸ ਇੱਕ ਚੀਜ਼ ਹੈ ਦੇਖੋ ਇੱਕਦਮ ਮੈंने ਸਪੀਡ ਫੜ ਲਈ ਠੀਕ ਹੈ ਹੁਣ ਸਪੋਰਟਸ 'ਚ ਇਹ ਚੀਜ਼ਾਂ ਹੋ ਜਾਂਦੀਆਂ ਨੇ ਕਿ ਬ੍ਰੇਕ ਤੇ ਵੀ ਫਰਕ ਪੈਂਦਾ ਸਟੀਅਰਿੰਗ ਕਾਫੀ ਟਾਈਟ ਹੋ ਜਾਂਦਾ ਸਪੋਰਟਸ 'ਚ ਐਂਡ ਬ੍ਰੇਕਾਂ ਵਗੈਰਾ ਤੇ ਫਰਕ ਪੈਂਦਾ ਪੂਰੀ ਸੇਫਟੀ ਵੱਧ ਜਾਂਦੀ ਹੈ ਇਹਦੇ 'ਚ ਤੇ ਆਹ ਚੀਜ਼ ਤੁਹਾਨੂੰ ਅੱਗੇ ਦਿਖਾਉਂਦੇ ਆ ਆਪਾਂ ਥੋੜੀ ਜਿਹੀ ਭਜਾ ਕੇ ਜਦੋਂ ਖਾਲੀ ਰੋਡ ਹੋਏਗਾ ਇਸ ਟਾਈਮ ਇੱਥੇ ਆ ਨਾਲੇ ਇਹ ਰੋਡ ਤੇ ਪੁਲਿਸ ਬੜੀ ਹੁੰਦੀ ਆ ਆਪਣੇ ਸ਼ਾਈਡਨ ਕਾਲਜ ਕਰਕੇ ਸੋ ਇਹ ਚੀਜ਼ ਆ ਹੋਰ ਇਹਦੇ ਵਾਈਪਰਸ ਆਟੋਮੈਟਿਕ ਆ ਹੈਨਾ ਜਦੋਂ ਬਾਰਿਸ਼ ਹੋਈ ਆਪੇ ਚੱਲ ਜਾਂਦੇ ਆ ਲਾਈਟਾਂ ਆਟੋਮੈਟਿਕ ਆ ਜਦੋਂ ਹਨੇਰਾ ਹੁੰਦਾ ਆਪੇ ਚੱਲ ਜਾਂਦੀਆਂ ਨੇ ਹੋਰ ਕੀ ਫੀਚਰ ਖਾਸ ਫੀਚਰ ਹੁਣ ਮੈਨੂੰ ਵੀ ਮੌਕੇ ਤੇ ਯਾਦ ਨਹੀਂ ਆ ਰਹੀ ਬਾਕੀ ਸਾਰਾ ਕੁਝ ਤੇ ਇਹ ਕੀ ਚੀਜ਼ ਹੈ ਜਿਹੜਾ ਹੈ ਆਫ ਦਾ ਲੱਗਿਆ ਹੋਇਆ ਸਟਾਰਟ ਔਨ ਤੇ ਕੀ ਹੈ ਜੇ ਤੁਸੀਂ ਲਾਈਟਾਂ ਤੇ ਖੜੇ ਹੋ ਵੈਸੇ ਜੇ ਇਹਨੂੰ ਔਨ ਕਰਤਾ ਮੈਂ ਹੈਨਾ ਤੇ ਜੇ ਲਾਈਟਾਂ ਤੇ ਖੜੇ ਹੋ ਤਾਂ ਗੱਡੀ ਆਪਣੇ ਆਪ ਫਿਊਲ ਇਕਨੋਮੀ ਠੀਕ ਕਰਦੀ ਹੈ ਕਿ ਆਪੇ ਬੰਦ ਹੋ ਜਾਂਦੀ ਹੈ ਆਪੇ ਓਕੇ ਜਦੋਂ ਆਪਾਂ ਲਾਈਟਾਂ ਤੇ ਖੜਦੇ ਆ ਅਗਰ ਇਹ ਚੀਜ਼ ਔਨ ਆ ਤੇ ਆਪਣੇ ਆਪ ਗੱਡੀ ਬੰਦ ਹੋ ਜਾਂਦੀ ਆ ਤੇ ਜਦੋਂ ਆਪਾਂ ਜਿਸੇ ਟਾਈਮ ਕਲਚ ਛੱਡਦੇ ਆ ਬ੍ਰੇਕ ਛੱਡਦੇ ਆ ਸੌਰੀ ਕਿਉਂਕਿ ਆਟੋਮੈਟਿਕ ਗੱਡੀ ਕਲਚ ਤੇ ਹੁੰਦਾ ਨਹੀਂ ਇੱਥੇ ਰਾਈਟ ਤੇ ਜਿਸੇ ਟਾਈਮ ਆਪਾਂ ਛੱਡਦੇ ਆ ਤੇ ਸਟਾਰਟ ਹੋ ਜਾਂਦੀ ਆ ਹੁਣ ਇਹਦੇ ਆ ਜਾਂਦੇ ਗੇਅਰਾਂ ਤੇ
ਆਹ ਦੇਖ ਲਓ ਜੀ, ਇਹ ਆ ਜਿਵੇਂ ਡਰਾਈਵ, ਇਹ ਤੁਹਾਨੂੰ ਪਤਾ ਹੀ ਆਟੋਮੈਟਿਕ ਗੱਡੀਆਂ 'ਚ ਹੁੰਦਾ ਡਰਾਈਵ, ਨਿਊਟਰਲ, ਹਾਂਜੀ, ਤੇ ਰਿਵਰਸ। ਬਸ ਜਦੋਂ ਆਪਾਂ ਖੜਦੇ ਆ ਤੇ ਪਾਰਕਿੰਗ 'ਚ ਪਾਣਾ ਤਾਂ ਬਟਨ ਨੂੰ ਦਬਾ ਦੇਣਾ, ਤੇ ਹੁਣ ਤੇ ਕੁਝ ਨਹੀਂ ਹੋਣਾ ਇਹਦੇ ਨਾਲ, ਠੀਕ ਹੈ। ਤੇ ਬਾਕੀ ਮੈਨੂਅਲ ਵੀ ਚਲਾ ਸਕਦੇ, ਮੈਨੂਅਲ ਚਲਾਣਾ ਤਾਂ ਇਹਨੂੰ 2 ਗੇਅਰ ਇੱਥੇ ਲੈ ਕੇ ਆਈ ਜਦੋਂ ਮੈਂ ਕਰਾਂਗਾ ਯਾ। ਤੇ ਹੁਣ ਆਪਾਂ ਪਰਾਂ ਨੂੰ ਕਰਦੇ ਇਹਨੂੰ, ਏਦਾਂ ਕਰਤਾ, ਬੱਤੀ ਆ ਗਈ, ਆ ਦੇਖੋ ਇੱਥੇ ਬੱਤੀ ਆ ਗਈ ਆ। ਸੋ ਹੁਣ ਮੈਨੂਅਲ 'ਚ ਹੋ ਗਿਆ, ਗੇਅਰ 5 'ਚ ਚੱਲਦੀ ਵੀ ਆ। ਉਹ ਗੇਅਰ ਅੱਗੇ ਕਰਨਾ ਇਹਨੂੰ, ਮੈਂ ਇੱਥੇ ਦੇਖੋ ਇਹਨੂੰ ਮੈਂ ਇਦਾਂ ਕਰੂੰਗਾ, ਪਿੱਛੇ ਨੂੰ ਕਰਤਾ, ਪੈ ਗਿਆ 6ਵਾਂ ਗੇਅਰ ਪੈ ਗਿਆ, M6 ਚ ਆ ਗਈ, ਰੇਸ ਵਧਾ ਕੇ 7 ਪੈ ਗਿਆ ਹੁਣ। ਸੋ ਮਤਲਬ ਅਗਰ ਆਪਾਂ ਮੈਨੂਅਲ ਚਲਾਉਂਦੇ ਆ ਉਹ 'ਚ ਵੀ ਹੋ ਸਕਦਾ ਆ, ਜਿਵੇਂ ਕਿ ਆਟੋਮੈਟਿਕ ਅਗਰ ਗੱਡੀ ਤੁਸੀਂ ਬਹੁਤ ਘੱਟ ਆ ਆਟੋਮੈਟਿਕ ਇੰਡੀਆ, ਮੈਂ ਤੇ ਕਦੇ ਆਟੋਮੈਟਿਕ ਮਤਲਬ ਚਲਾਈ ਨਹੀਂ ਸੀਗੀ ਇੰਡੀਆ, ਹੁੰਦੀਆਂ ਤੇ ਹੈਗੀਆਂ ਨੇ, ਸਲੈਰੀਓ ਗੱਡੀ ਆਈ ਸੀ, ਜੇ ਵੱਡੀਆਂ ਗੱਡੀਆਂ ਸਾਰੀਆਂ ਆਟੋਮੈਟਿਕ ਨੇ ਰਾਈਟ, ਬਟ ਜੇ ਛੋਟੀਆਂ 'ਚ ਸਲੈਰੀਓ ਹਾਂ। ਸੋ ਆਟੋਮੈਟਿਕ ਗੱਡੀ ਹੈ, ਫਿਰ ਸਭ ਤੋਂ ਜ਼ਰੂਰੀ ਚੀਜ਼ ਖੰਡਾ ਲੱਗਿਆ ਹੋਇਆ, ਠੀਕ ਹੈ ਜੀ। ਐਂਡ ਇੱਕ ਹੋਰ ਚੀਜ਼ ਜਿਹੜੀ ਆਪਾਂ ਸ਼ੁਰੂ ਤੋਂ ਰੱਖੀ ਹੋਈ ਹੈ, ਇਹ ਪਿਆ ਅਸਰੋਪਾ। ਕਿੱਥੋਂ ਮਿਲਿਆ ਸੀ ਗੱਡੀ ਦਾ? ਪਿੰਡ ਵਾਲੇ ਗੁਰਦੁਆਰਾ ਸਾਹਿਬ ਤੋਂ, ਤੇ ਮੈਂ ਲੈ ਕੇ ਆਇਆ ਸੀ। ਹਾਂਜੀ, ਪਿੰਡ ਵਾਲੇ ਗੁਰਦੁਆਰਾ ਸਾਹਿਬ ਤੋਂ ਨਾਲ ਲੈ ਕੇ ਆਏ ਸੀ, ਸੋ ਆਪਾਂ ਗੱਡੀ 'ਚ ਰੱਖਤਾ ਸੀ। ਤੇ ਹੋਰ ਕੁਝ ਚੀਜ਼ਾਂ ਤੁਹਾਨੂੰ ਅਗਰ ਵਿੱਚ ਪਤਾ ਚੱਲਦੀਆਂ ਨੇ ਉਹ ਵੀ ਦੱਸ ਦਾਂਗੇ। ਇੱਕ ਚੀਜ਼ ਮੈਨੂੰ ਇਹਦੀ ਬਹੁਤ ਵਧੀਆ ਲੱਗਦੀ ਆ ਕਿ ਇਹਦਾ ਜਿਹੜਾ AC ਦਾ ਹੈ ਨਾ, ਆਪਾਂ ਹੀਟ ਇੱਥੋਂ ਕਰ ਸਕਦੇ ਹਾਂ ਰਾਈਟ, ਸੈਂਟਰ ਵਾਲਿਆਂ ਦੀ। ਤੁਸੀਂ ਕੀ ਕਹਿੰਦੇ ਨੇ, ਤੁਹਾਡਾ AC ਵੀ ਚੱਲ ਰਿਹਾ ਇੱਥੇ, ਪਰ ਤੁਸੀਂ ਤੁਹਾਡਾ ਗਰਮ ਕਰਨਾ ਇੱਥੇ ਕਰ ਸਕਦੇ ਹੋ। ਔਰ ਇਹੀ ਚੀਜ਼ ਪਿੱਛੇ ਵਾਲੇ 'ਚ ਵੀ ਆ, ਜਿਵੇਂ ਆ ਪਿੱਛੇ AC ਆ, ਪਿੱਛੇ ਵਾਲੇ 'ਚ ਵੀ ਤੁਹਾਨੂੰ ਆਪਸ਼ਨ ਹੈ ਕਿ ਅਗਰ ਆਪਾਂ ਅੱਗੇ ਠੰਡ ਕਰ ਸਕਦੇ ਹਾਂ, ਪਿਛਲਾ ਆਪਣੀ ਗਰਮੀ 'ਚ ਮਤਲਬ ਹੀਟਰ ਔਨ ਕਰ ਸਕਦਾ। ਕੈਬਿਨ AC ਆ, ਹਾਂ ਕੈਬਿਨ AC ਆ। ਇੱਧਰ ਦਾ AC ਹੈ ਮੇਰੇ, ਇੱਧਰ ਦਾ AC ਲੱਗ ਗਿਆ, ਮੇਰੀ ਸਾਈਡ ਦਾ AC ਲੱਗ ਗਿਆ ਇੱਧਰਲੀ ਸਾਈਡ 'ਚ। ਸੋ ਟੈਂਪਰੇਚਰ ਦੋਨਾਂ ਦਾ ਸਾਰਾ ਕੁਝ ਮਤਲਬ ਅਲੱਗ-ਅਲੱਗ ਹੈ। ਬਾਕੀ ਪਿੱਛੇ ਗੱਡੀ ਖੜੀ ਹੈ, ਪਰਾਂਦੀ ਲਾਈ ਹੋਈ ਹੈ, ਜਸ਼ਨ ਵੀਰੇ ਨੇ ਪਰਾਂਦੀ ਮੇਰੀ ਗੱਡੀ ਤੇ ਵੀ ਲਾਈ ਹੈ, ਤੇ ਆਪਣੀ ਤੇ ਵੀ ਕਿ ਨਜ਼ਰ ਨਾ ਲੱਗ ਜਾਏ ਕਿਸੇ ਦੀ। ਸੋ ਤਰਨ ਵੀਰੇ ਵਾਲੀ ਤੇ ਵੀ ਉਹ ਜਾ ਰਹੀ ਹੈ ਚਾਰਜਰ ਗੱਡੀ, ਇੱਧਰ ਚੈਲੰਜਰ ਸੀ, ਅੱਗੇ ਵੀ ਚੈਲੰਜਰ ਆਪਣੇ। ਤੇ ਹੁਣ ਬੀਮਰ ਗੱਡੀ ਦਾ ਲੈਣੇ ਦਾ ਕਿੱਦਾਂ ਸੋਚਿਆ ਸੀ? ਮੈਨੂੰ ਕਲਾਸ ਵਧੀਆ ਲੱਗਦੀ ਸੀ, ਮੈਂ ਲੈਣ ਆਪਾਂ ਗਏ ਸੀਗੇ ਚੈਲੰਜਰ, ਪਰ ਮੈਨੂੰ ਚੈਲੰਜਰ ਪਸੰਦ ਨਹੀਂ ਸੀਗੀ ਕਿਉਂਕਿ ਟੂ ਡੋਰ ਆ, ਤੇ ਨਾਲੇ ਕੀ ਕਹਿੰਦੇ ਨੇ, ਮੈਨੂੰ ਇੰਨੀ ਵਧੀਆ ਵੀ ਨਹੀਂ ਲੱਗੀ ਕਿਉਂਕਿ ਇੰਟੀਰੀਅਰ ਇੰਨਾ ਵਧੀਆ ਨਹੀਂ ਹੈ, ਫੀਚਰਸ ਨਹੀਂ ਹੈ, ਬੇਸਿਕ ਜੀ ਕਾਰ ਆ। ਯਾ ਸੋ ਰੇਸਿੰਗ ਦੇ ਮੈਟਰ 'ਚ ਦੇਖਿਆ ਯਾਰ, ਦੇਖੋ ਜੀ ਹੁਣ ਆਪਣੀ ਸਾਡੀ ਹੋ ਗਈ ਸੀ orange ਬੱਤੀਆਂ, ਮਤਲਬ ਪੀਲੀ ਬੱਤੀ ਹੋ ਜਾਂਦੀ ਹੈ ਤੇ ਇੱਕਦਮ ਆਪਾਂ ਕੱਢ ਦਈਦੀ ਆ। ਸੋ ਹੁਣ ਬੀਮਰ ਕਿਉਂ ਚੂਜ਼ ਕੀਤੀ ਸੀ? ਜਿੱਥੇ ਤੱਕ ਮੈਨੂੰ ਪਤਾ, ਬੀਮਰ ਇੱਕ ਹੋ ਜਾਂਦੀ ਹੈ ਕਲਾਸ ਵਾਲੀ ਗੱਡੀ, ਕਲਾਸ ਇਨ ਦ ਸੈਂਸ ਜਿਹੜੇ ਫਾਰਮਲ ਗੱਡੀ ਹੋ ਜਾਂਦੀ ਹੈ ਜੀ, ਠੀਕ ਹੈ ਨਾ, ਜਿਵੇਂ ਫੈਮਿਲੀ ਵਾਸਤੇ ਵੀ ਵਧੀਆ ਫਾਰਮਲ ਗੱਡੀ ਹੋ ਜਾਂਦੀ। ਜਿਹੜੀ ਮਸਲ ਕਾਰ ਆ, ਮਸਲ ਕਾਰ ਵੀ ਪਸੰਦ ਹੁੰਦੀ ਹੈ, ਜਿਵੇਂ ਪਸੰਦ ਆ ਸਾਨੂੰ, ਜਿਵੇਂ ਆਪਣੇ ਕੋਲੇ ਉਹ ਆ ਰੈਂਗਲਰ ਅਲੱਗ ਟਾਈਪ ਦੀ ਗੱਡੀ ਆ ਥੋੜੀ, ਠੀਕ ਹੈ। ਉਹ ਕੀ ਨਾਮ, ਭਲਵਾਨੀ ਗੱਡੀ ਵਾਲੀ ਗੱਡੀ ਆ, ਠੀਕ ਹੈ। ਐਦਾਂ ਹੀ ਚੈਲੰਜਰ ਹੋ ਗਈ, ਉਹ ਮਸਲ ਕਾਰਸ ਹੋ ਗਈਆਂ। ਬਾਕੀ ਰੂਫ ਭੁੱਲ ਗਏ ਸੀ ਆਪਾਂ ਨਾ, ਉਹ ਨਹੀਂ ਹੈ, ਉਹ ਮਾੜਾ ਜਿਹਾ ਹੁਣ ਇਹਦੇ ਇਹਨੇ ਪਿੱਛੂ ਆ ਖੋਲੀ ਆ, ਪਰ ਇੱਕ ਚੀਜ਼ ਰੂਫ ਦੀ ਆਪਾਂ ਭੁੱਲ ਗਏ ਕਿ ਰੂਫ ਵੀ ਹੈ, ਰੂਫ ਦੇ ਵੀ ਦਿਖਾ ਦਿੰਦੇ ਆ ਕਿੱਦਾਂ ਖੁੱਲਦੀ ਆ। ਸੋ ਜ਼ਿਆਦਾ ਉਹਦਾ ਦੱਸਣ ਦੀ ਲੋੜ ਨਹੀਂ। ਬਾਕੀ ਗੱਡੀ ਕਿੰਨੇ ਦੀ ਸੀ ਉਹ ਸਾਰਾ ਪਤਾ ਕਰਨਾ ਆਪਾਂ, ਕਿੰਨੇ ਦੀ ਸੀ ਗੱਡੀ, ਜ਼ੋਰ ਕੇ ਬੋਲੀ ਹੁਣ। ਲੋ ਜੀ, ਗੱਡੀ ਦੀ ਗੱਲ ਕਰ ਲੈਣੇ ਹੁਣ ਪ੍ਰਾਈਸ ਦੀ, ਠੀਕ ਹੈ। ਪ੍ਰਾਈਸ ਕਿੰਨਾ ਪਿਆ ਸੀ ਗੱਡੀ ਦਾ? 38,000 ਦੀ ਗੱਡੀ ਦਾ ਬੇਸ ਪ੍ਰਾਈਸ ਸੀ। ਤੇ ਆਪਾਂ ਇੰਡੀਆ ਜਦੋਂ ਗੱਡੀ ਦਾ ਪ੍ਰਾਈਸ ਦੇਖ ਲੈਂਦੇ ਆਪਾਂ ਸੋਚਨੇ ਕਿ ਅਗਰ 38,000 ਹੈ ਤਾਂ 38,000 ਦੀ ਹੋਣੀ ਗੱਡੀ, ਉਹਨੇ ਦੀ ਮਿਲ ਜਾਣੀ ਆ ਰਾਈਟ। ਪਰ ਇਹਦੇ ਬਾਅਦ ਅਸਲੀ ਖਰਚੇ ਸਟਾਰਟ ਹੁੰਦੇ ਨੇ, ਕਈ ਚੀਜ਼ਾਂ ਪੈਂਦੀਆਂ ਨੇ, ਜਿਵੇਂ ਕਿ ਇੰਟਰਸਟ, ਟੈਕਸ, ਇੱਕ ਗੈਪ ਇੰਸ਼ੋਰੈਂਸ ਹੁੰਦਾ ਉਹ ਪੈਂਦਾ, ਸਾਰਾ ਕੁਝ ਦੱਸਣਾ ਕੀ ਹੁੰਦਾ। ਤੇ ਉਹ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਆਪਾਂ ਟੈਕਸ ਦੀ। ਤੇ ਟੈਕਸ ਪੈਂਦਾ 13%, 38,000 ਦਾ 13% ਤੁਸੀਂ ਟੈਕਸ ਲਾ ਲਓ, ਕੁਝ ਮੇਰੇ ਹਿਸਾਬ ਨਾਲ 5,000 ਟੈਕਸ ਹੋ ਗਿਆ ਰਾਈਟ, $5,000 ਪੈ ਗਿਆ ਟੈਕਸ ਇੰਡੀਆ ਦਾ, 3 ਲੱਖ ਟੈਕਸ ਪੈ ਗਿਆ ਗੱਡੀ ਦਾ, ਠੀਕ ਆ। ਫਿਰ ਉਹਦੇ ਬਾਅਦ ਪੈ ਗਿਆ ਇੰਟਰਸਟ ਹੁਣ ਇਹ ਗੱਡੀ ਤੇ ਸਾਨੂੰ ਪਿਆ ਹੀ 5.99। ਇੰਟਰਸਟ ਹੁਣ ਕਿੰਨਾ ਚੀਜ਼ਾਂ ਤੇ ਡਿਪੈਂਡ ਕਰਦਾ ਆ, ਤੁਸੀਂ ਕਿੰਨੇ ਪੁਰਾਣੇ ਹੋ ਕੈਨੇਡਾ 'ਚ, ਇਹਦੇ ਤੇ ਡਿਪੈਂਡ ਕਰਦਾ ਆ। ਫਿਰ ਤੁਹਾਡਾ ਕ੍ਰੈਡਿਟ ਸਕੋਰ ਕੀ ਆ। ਹੁਣ ਕ੍ਰੈਡਿਟ ਸਕੋਰ ਕਈਆਂ ਨੂੰ ਨਹੀਂ ਪਤਾ ਹੋਏਗਾ ਕੀ ਹੁੰਦਾ। ਕ੍ਰੈਡਿਟ ਸਕੋਰ ਹੁੰਦਾ ਕਿ ਇੰਡੀਆ ਵੀ ਹੁੰਦਾ ਕ੍ਰੈਡਿਟ ਸਕੋਰ, ਹਾਂ ਸਿਬਲ ਸਕੋਰ ਕਹਿੰਦੇ ਆ ਇੰਡੀਆ। ਤੇ ਜਿਵੇਂ ਆਪਾਂ ਕ੍ਰੈਡਿਟ ਕਾਰਡ ਆਪਣਾ ਯੂਜ਼ ਕਰਦੇ ਹਾਂ, ਜਿੰਨਾ 올ਡ ਹੁੰਦਾ ਨਾ ਸਾਡਾ, ਜਿੰਨੀ ਜ਼ਿਆਦਾ ਹਿਸਟਰੀ ਹੁੰਦੀ ਆ, ਉਹਨਾਂ ਕ੍ਰੈਡਿਟ ਵਧੀਆ ਹੁੰਦਾ ਰਹਿੰਦਾ। ਔਰ ਕਿੱਦਾਂ ਆਪਾਂ ਪੇਮੈਂਟਾਂ ਕਰ ਰਹੇ ਹਾਂ ਕ੍ਰੈਡਿਟ ਦੀ, ਉਹਦੇ ਨਾਲ ਕ੍ਰੈਡਿਟ ਡਿਸਾਈਡ ਹੁੰਦਾ। ਤੇ ਜਿਹੜੇ ਸਟੂਡੈਂਟ ਹੁੰਦੇ ਆ ਉਹਨਾਂ ਦਾ ਮੋਸਟਲੀ ਕ੍ਰੈਡਿਟ ਸਕੋਰ ਕਦੇ ਵੀ ਠੀਕ ਨਹੀਂ ਹੁੰਦਾ, ਕਿਉਂਕਿ ਇੱਕ ਤੇ ਉਹਨਾਂ ਦੀ ਕ੍ਰੈਡਿਟ ਹਿਸਟਰੀ ਨਹੀਂ ਹੁੰਦੀ ਜ਼ਿਆਦਾ, ਤੇ ਕਿਉਂਕਿ ਨਵੀਂ ਗੱਡੀ ਲੈ ਲੈਣੇ ਆਪਾਂ। 8 ਮਹੀਨੇ ਬਾਅਦ ਲੈ ਲਈ ਗੱਡੀ ਤੋਂ ਆਉਣੇ ਤੋਂ ਬਾਅਦ, ਸੈਕਿੰਡ ਸਮੈਸਟਰ ਦੇ ਐਂਡ 'ਚ ਲਈ ਸੀ ਮੈਂ ਤਾਂ, ਜਨਵਰੀ 'ਚ ਲਈ ਹੈ ਨਾ, ਨਹੀਂ ਦਸੰਬਰ 'ਚ ਲਈ ਸੀ।
ਨਹੀਂ ਜਨਵਰੀ ਚ ਲਈ ਸੀ, ਦਸੰਬਰ ਚ ਮੈਂ ਆਇਆ ਸੀ, 14 ਦਸੰਬਰ ਨੂੰ ਮੈਂ ਆਇਆ ਸੀ ਤੇ ਜਨਵਰੀ ਚ ਲਈ ਸੀ, ਮੈਨੂੰ ਯਾਦ ਹੈ ਗੱਡੀ। ਸੋ ਹਾਂ, ਤੇ ਬਾਕੀ ਇੰਟਰਸਟ ਪੈ ਜਾਂਦਾ ਹੈ। ਇੰਟਰਸਟ ਸੀਗਾ ਇਹਦਾ 5.9 ਹੈ, ਸਾਰੀ ਚੀਜ਼ਾਂ ਡਿਪੈਂਡ ਕਰਦਾ। ਇੰਟਰਸਟ ਪੈ ਗਿਆ ਕੋਈ 7-8 ਹਜ਼ਾਰ ਇੰਟਰਸਟ ਪੈ ਗਿਆ, ਠੀਕ ਹੈ। ਫਿਰ ਉਹਦੇ ਬਾਅਦ ਪੈਂਦੀ ਹੈ ਇੱਕ ਗੈਪ ਇੰਸ਼ੋਰੈਂਸ। ਗੈਪ ਇੰਸ਼ੋਰੈਂਸ ਕੀ ਹੁੰਦੀ ਹੈ? ਹੁਣ ਗੈਪ ਇੰਸ਼ੋਰੈਂਸ ਜਦੋਂ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਨਾ ਤੇ ਗੱਡੀ ਰਾਈਡ ਆਫ ਹੋ ਜਾਂਦੀ ਹੈ, ਠੀਕ ਹੈ। ਜਿਵੇਂ ਗੱਡੀ ਦਾ ਕੋਈ ਮੇਜਰ ਐਕਸੀਡੈਂਟ ਹੋ ਜਾਂਦਾ, ਛੋਟੇ ਮੋਟਾ ਐਕਸੀਡੈਂਟ ਹੁੰਦਾ, ਜਿਹਦੇ ਪਾਰਟ ਚੇਂਜ ਕਰਾ ਦਿੰਦੀ ਹੈ ਕੰਪਨੀ। ਬਟ ਜਦੋਂ ਕੋਈ ਮੇਜਰ ਐਕਸੀਡੈਂਟ ਹੁੰਦਾ ਤੇ ਗੱਡੀ ਹੋ ਜਾਂਦੀ ਹੈ ਰਾਈਡ ਆਫ। ਤੇ ਉਹਦੇ ਬਾਅਦ ਕੀ ਹੁੰਦਾ ਹੈ, 에ਅਰ ਬੈਗ ਖੁੱਲ ਜਾਂਦੇ ਨੇ ਗੱਡੀ ਦੇ, ਗੱਡੀ ਜ਼ੀਰੋ ਅਮਾਉਂਟ ਹੋ ਜਾਂਦਾ, ਗੱਡੀ ਯੂਜ਼ਫੁਲ ਨਹੀਂ ਰਹਿੰਦੀ। ਤੇ ਗੈਪ ਇੰਸ਼ੋਰੈਂਸ ਦਾ ਕੀ ਬੈਨੀਫਿਟ ਹੁੰਦਾ? ਗੈਪ ਇੰਸ਼ੋਰੈਂਸ ਇਹ ਹੁੰਦਾ ਕਿ ਜਿਹੜੀ ਤੁਹਾਡੀ ਗੱਡੀ ਦੀ ਲੋਨ ਹੁੰਦਾ ਹੈ ਨਾ, ਚਾਹੇ ਉਹ ਚ ਇੰਟਰਸਟ ਹੈ ਚਾਹੇ ਕੁਝ ਵੀ ਹੈ, ਪੂਰਾ ਲੋਨ ਤਾਰ ਦਿੰਦੀ ਹੈ ਕੰਪਨੀ, ਜਿਹੜੀ ਗੈਪ ਇੰਸ਼ੋਰੈਂਸ ਵਾਲੀ ਕੰਪਨੀ ਹੁੰਦੀ ਹੈ। ਅਗਰ ਐਦਾਂ ਹੋਏਗਾ ਤਾਂ ਗੱਡੀ ਦੀ ਜਿਹੜੀ ਵੈਲਿਊ ਹੈ ਉਹ ਮਿਲਦੀ ਹੈ ਸਾਨੂੰ। ਅਗਰ ਸਾਡਾ ਗੈਪ ਇੰਸ਼ੋਰੈਂਸ ਨਹੀਂ ਹੈ ਅੱਜ ਦੀ ਰੇਟ ਦੇ ਵਿੱਚ ਤੁਹਾਡੀ ਗੱਡੀ ਦੀ ਹੈ, ਤੁਹਾਨੂੰ ਉਹ ਤੁਹਾਡੀ ਇੰਸ਼ੋਰੈਂਸ ਕੰਪਨੀ ਪੇ ਕਰ ਦੂਗੀ। ਕਿਉਂਕਿ ਜਿਵੇਂ 38,000 ਦੀ ਮੰਨ ਲਓ ਗੱਡੀ ਆ, ਸਾਨੂੰ 53,000 ਦੀ ਪਈ ਹੈ ਗੱਡੀ ਜਾ ਕੇ, ਠੀਕ ਹੈ, ਪੂਰੀ ਸਾਰਾ ਇੰਟਰਸਟ ਪਾ ਕੇ। ਤੇ ਅਗਰ ਗੈਪ ਇੰਸ਼ੋਰੈਂਸ ਨਾ ਹੋਏ, ਅਗਰ ਕੁਝ ਖੁਦਾ ਨਾ ਖਾਸਤਾ ਹੋ ਜਾਏ ਗੱਡੀ ਨੂੰ ਤੇ ਰਾਈਡ ਆਫ ਹੋਏ, ਤੇ ਗੱਡੀ ਦੀ ਜਿਹੜੀ ਵੈਲਿਊ ਹੈ, ਜਿਹੜੀ ਇਸ ਟਾਈਮ ਤੇ $24,000 ਹੈ, ਉਹ ਮਿਲੇਗੀ। ਪਰ ਸਾਡਾ ਲੋਨ ਕਿੰਨਾ ਕੁ ਪਿਆ ਹੋਏਗਾ? 40,000 ਦਾ ਲੋਨ ਪਿਆ ਹੋਏਗਾ, ਤੇ ਜਿਹੜੇ ਵਿੱਚ 15-16,000 ਰਹਿ ਗਏ ਉਹ ਸਾਨੂੰ ਨਹੀਂ ਮਿਲਣਗੇ। ਸੋ ਜਿੰਨੇ ਵੀ ਗੱਡੀ ਲੈਣੀ ਹੈ, ਗੈਪ ਇੰਸ਼ੋਰੈਂਸ ਜ਼ਰੂਰ ਲਓ। ਅਗਰ ਤੁਸੀਂ ਲੋਨ ਤੇ ਗੱਡੀ ਲੈ ਰਹੇ ਹੋ, ਅਗਰ 10,000 ਤੋਂ ਉੱਪਰ ਦੀ ਗੱਡੀ ਲੈ ਰਹੇ ਹੋ ਨਾ, ਤੇ ਗੈਪ ਇੰਸ਼ੋਰੈਂਸ ਜ਼ਰੂਰ ਲਓ। ਅਗਰ ਕੋਈ ਕੈਸ਼ ਤੇ 2-3,000 ਦੀ ਲੈ ਰਿਹਾ ਫਿਰ ਲੋੜ ਨਹੀਂ। ਪਰ ਅਗਰ ਤੁਸੀਂ ਖਰਾਬ ਹੋ ਜਾਂਦੀ ਗੱਡੀ ਕਰ ਆਓ, ਹਾਂ ਜੋ ਉਹਦੇ ਖਰਾਬ ਹੋ ਜਾ ਖੜੀ ਕਰ ਦੋ। ਪਰ ਇਹਦਾ ਇਹ ਅਗਰ ਕੁਝ ਹੋ ਜਾਂਦਾ ਗੱਡੀ ਨੂੰ, ਜਿੰਨਾ ਲੋਨ ਹੈ ਸਾਰਾ ਲੋਨ ਕੰਪਨੀ ਤਾਰ ਦਿੰਦੀ ਹੈ, ਇਹ ਬੈਨੀਫਿਟ ਹੁੰਦਾ ਆ। ਤੇ ਇੰਸ਼ੋਰੈਂਸ ਦਾ ਵੀ ਇਹ ਹੁੰਦਾ। ਇੰਸ਼ੋਰੈਂਸ ਦੀ ਚਲੋ ਆਪਾਂ ਬਾਅਦ ਚ ਕਦੇ ਗੱਲ ਕਰਾਂਗੇ, ਕਿੱਦਾਂ ਇੰਸ਼ੋਰੈਂਸ ਡਿਸਾਈਡ ਹੁੰਦਾ, ਇੰਸ਼ੋਰੈਂਸ ਦੀ ਵੈਲਿਊ ਕਿੱਦਾਂ ਡਿਸਾਈਡ ਹੁੰਦੀ ਆ। ਸੋ ਇਹ ਚੀਜ਼ਾਂ ਹੋ ਗਈਆਂ। ਤੇ ਫਿਰ ਇਹਦੀ ਕਿਸ਼ਤ ਬਣ ਜਾਂਦੀ। ਹੁਣ ਕਿਸ਼ਤ ਬਣਨੇ ਤੋਂ ਬਾਅਦ ਵੀ ਕਈ ਖਰਚੇ ਆ ਜਾਂਦੇ ਨੇ, ਇੱਕ ਪੈਟਰੋਲ ਦਾ ਖਰਚਾ, ਠੀਕ ਹੈ। ਇਹ ਨਹੀਂ ਕਿ ਆਪਾਂ ਇੱਕ ਵਾਰ ਗੱਡੀ ਲੈ ਲਈ ਤੇ ਹੋ ਗਿਆ। ਨੰਬਰ ਪਲੇਟ ਵੀ ਹਰ ਸਾਲ ਨੰਬਰ ਪਲੇਟ ਹਰ ਸਾਲ ਰੀਨਿਊ ਕਰਾਣੀ ਪੈਂਦੀ ਹੈ। ਜਦੋਂ ਆਪਾਂ ਗੱਡੀ ਲੈਂਦੇ ਆ ਤਾਂ ਹੀ ਸਾਨੂੰ $200-300 ਤੇ ਪੇਪਰ ਵਰਕ ਤੇ ਹੋ ਜਾਂਦਾ ਹੈ ਨਾ। ਤੇ ਬਾਕੀ ਜਿਹਨੇ ਕਸਟਮਾਈਜ਼ ਨੰਬਰ ਪਲੇਟ ਲਈ ਆ ਤੇ 300 ਦੀ ਆਈ ਹੈ ਤੇਰੀ, ਮੇਰੀ ਵੀ ਐਨੇ ਕਰਦੀ ਆਈ ਸੀ। ਤੇ ਗੱਡੀ ਦੀ ਨੰਬਰ ਪਲੇਟ ਤੁਸੀਂ ਦੇਖ ਲਈ, ਜਿੱਦੀ ਜੱਟ। ਮੇਰੀ ਪੂਰੇ ਬਰੈਂਪਟਨ 'ਚ ਮੇਰੀ ਫੇਵਰੇਟ ਨੰਬਰ ਪਲੇਟ ਹੈ ਜਿੱਦੀ ਜੱਟ। ਹੋਰ ਕਿਉਂ ਹੈ? ਕਿਉਂਕਿ ਜਿੱਦੀ ਹੈ ਨਾ, ਜਿਹੜਾ GIDI ਤੇ ਬਾਅਦ J ਆ ਜਾਂਦਾ ਹੈ, ਤੇ ਐਦਾਂ ਲੱਗਦਾ ਸਾਰਾ ਇਕੱਠਾ ਹੈ, ਪਰ ਐਦਾਂ ਲੱਗਦਾ ਜਿੱਦੀ ਅਲੱਗ ਲਿਖਿਆ ਹੋਇਆ ਤੇ ਜੱਟ ਅਲੱਗ ਲਿਖਿਆ ਹੋਇਆ, ਪ੍ਰੋਪਰ ਮਿਲ ਗਿਆ। ਅਗਰ ਇਹਨੇ ਆ ਗੱਡੀ ਦੀ ਨੰਬਰ ਪਲੇਟ ਨਾ ਲਈ ਹੁੰਦੀ, 1 ਮਹੀਨੇ ਬਾਅਦ ਮੈਂ ਲਈ ਆ, ਮੈਂ ਜਿੱਦੀ ਜੱਟ ਲੈਣੀ। ਹੁਣ ਮੈਂ ਸੋਚ ਰਿਹਾ ਇੱਕ ਨੰਬਰ ਪਲੇਟ ਲੈਣੇ ਤੋਂ ਦੱਸਣਾ ਨਹੀਂ ਆਪਾਂ ਸਾਰੇ ਹੁਣ ਜਿੱਦੀ। ਹਾਂ ਨਹੀਂ ਦੱਸਣਾ ਨਹੀਂ, ਉਹੀ ਤਾਂ ਦੱਸਣਾ ਨਹੀਂ, ਕਿਸੇ ਹੋਰ ਨੇ ਲੈ ਲੈਣੀ ਆ। ਸੋ ਆਇਆ ਫਿਰ ਗੱਡੀ ਦਾ ਨੰਬਰ ਪਲੇਟਾਂ ਵਗੈਰਾ ਦਾ ਹੋ ਜਾਂਦਾ ਸਾਰਾ। ਤੇ ਇਸ ਟਾਈਮ ਆਪਾਂ ਕਿਹੜੇ ਇਲਾਕੇ 'ਚ? ਆਪਾਂ ਸ਼ੈਡਨ ਦੇ ਨੇੜੇ। ਸ਼ੈਡਨ ਦੇ ਬਿਲਕੁਲ ਨੇੜੇ ਆ, ਸਾਹਮਣੇ ਸ਼ੈਡਨ ਸਟੀਲਸ ਦੇ ਉੱਪਰ ਆ। ਸ਼ੈਡਨ ਪਲਾਜ਼ਾ ਦਿਖਾਉਂਦੇ ਆ ਪਹਿਲਾਂ ਇਹਨਾਂ ਨੂੰ ਵਿੱਚ। ਸ਼ੈਡਨ ਕਾਲਜ ਚੱਲਦੇ ਆ ਅੱਜ। ਸ਼ੈਡਨ ਕਾਲਜ ਵੀ ਚੱਲਦੇ ਆ, ਪਹਿਲਾਂ ਸ਼ੈਡਨ ਪਲਾਜ਼ਾ ਦਿਖਾ ਦਿੰਦੇ ਆ, ਹਨਾ, ਜਿਹੜੇ ਰੋਲਾ ਪਿਆ ਰਹਿੰਦਾ, ਹੂਆ ਪਿਆ ਰਹਿੰਦਾ, ਕੀ ਚੀਜ਼ ਆ। ਸੋ ਸ਼ੈਡਨ ਪਲਾਜ਼ਾ ਦਿਖਾਉਂਦੇ ਆ ਤੁਹਾਨੂੰ, ਫਿਰ ਅੱਗੇ ਦੀ ਗੱਲ ਕਰਦੇ ਆ ਗੱਡੀ ਦੀ ਜੋ ਵੀ ਹੈ। ਆਹ ਦੇਖੋ ਜੀ, ਇੱਥੇ ਫੋਟੋਗ੍ਰਾਫੀ ਚੱਲ ਰਹੀ ਹੈ, ਬਿੰਡਾ ਲੈ ਕੇ ਨਾਲ ਬੇਸਬਾਲ ਬੈਟ ਲੈ ਕੇ। ਸੋ ਕੋਈ ਨਹੀਂ, ਹੁਣ ਇੱਥੇ ਸਾਨੂੰ ਸਾਰੀਆਂ ਗੱਡੀਆਂ ਕੱਲ ਆਈ ਇੱਥੇ ਪੁਲਿਸ, ਪਤਾ ਚੱਲਿਆ ਤੁਹਾਨੂੰ? ਉਹਨਾਂ ਦੀ ਆਪਣੇ ਨਾਲ ਦੀ ਮੁੰਡੇ ਸੀਗੇ, ਇਸ ਕਰਨ ਜਿਹੜਾ ਘਰੇ ਆਇਆ ਸੀ। ਹਾਂ, ਤੇ ਕੱਲ ਵੀ ਇੱਥੇ ਪੁਲਿਸ ਆ ਗਈ। ਸੋ ਆਹ ਦੇਖ ਲਓ, ਆਹ ਸ਼ੈਡਨ ਪਲਾਜ਼ਾ। ਇੱਥੇ ਇਸ ਟਾਈਮ ਤੇ ਇੰਨੀ ਗੱਡੀਆਂ ਹੈ ਨਹੀਂ ਹੈ, ਬਾਕੀ ਇੱਥੇ ਹਰ ਕਿਸਮ ਦੀ ਗੱਡੀ ਮਿਲ ਜੇਗੀ ਤੁਹਾਨੂੰ। ਚੈਲੰਜਰ ਕੀ, ਮਸਟੈਂਗ ਕੀ, ਬਿਮਰ ਕੀ, ਰੈਂਗਲਰਾਂ ਕੀ, ਠੀਕ ਹੈ। ਰੈਂਗਲਰ ਯਾਰ ਆਪਣੀ ਘੈਂਟ ਲੱਗਦੀ ਹੈ ਨਾ, ਕਿਉਂਕਿ ਪੂਰੀ ਰੈਂਗਲਰ ਤੇ ਵੀ ਵੀਡੀਓ ਬਣਾਉਣੀ ਆਪਾਂ ਛੇਤੀ। ਸੋ ਆ ਦੇਖ ਲਓ ਜੀ ਸ਼ੈਡਨ ਪਲਾਜ਼ਾ। ਇੱਧਰ ਹੁਣ ਇੱਕ ਟਿਮ ਹੋਟਨਸ ਆ ਇੱਧਰਲੀ ਸਾਈਡ 'ਚ, ਠੀਕ ਹੈ, ਉਹ ਟਿਮ ਹੋਟਨਸ ਆ। ਉਹ ਸਾਹਮਣੇ ਸ਼ੈਡਨ ਕਾਲਜ ਆ, ਦੇਖੋ ਦੇਖ ਰਿਹਾ, ਉਹ ਸ਼ੈਡਨ ਕਾਲਜ ਆ, ਜਿਹੜੀ ਬਿਲਡਿੰਗ ਆ ਬਲੈਕ ਜੀ। ਇੱਧਰ ਹੈ ਰੈਕਸਡੇਲ ਡਰੱਗ ਸੈਂਟਰ, ਡਰੱਗ ਸਟੋਰ। ਡਰੱਗ ਸਟੋਰ ਕੀ ਹੁੰਦਾ? ਮੈਡੀਕੇਸ਼ਨ ਵਗੈਰਾ, ਉਹ ਸਾਰਾ ਕੁਝ, ਜਿਵੇਂ ਸ਼ੋਪਰਸ ਆ। ਕਰਦੇ ਟੋਲੇ ਖੜੇ ਆ ਉੱਥੇ ਪੂਰੇ। ਸੋ ਆਈ ਇੱਧਰ ਚੈਲੰਜਰ ਖੜੀ ਹੈ। ਸੋ ਯਾ ਬਾਕੀ ਦੀ ਗੱਲ ਆਪਾਂ ਬਾਹਰ ਨਿਕਲ ਕੇ ਸ਼ੈਡਨ ਪਲਾਜ਼ਾ ਤੋਂ ਕਰਾਂਗੇ, ਹਨਾ। ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ, ਗੱਡੀ ਤੇ ਲਿਖਾਇਆ। ਇਹਨਾਂ ਨੇ ਕਹਾ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ। 2% ਵਾਲਾ 2% ਵਾਲੇ ਤੇ ਸਰਦਾਰ ਹੋ ਗਏ ਨਾ। ਹਾਂ, ਸਟੂਡੈਂਟਾਂ ਨੂੰ, ਕਿਉਂਕਿ ਇੱਥੇ ਇੱਕ ਰੇਡੀਓ ਚੈਨਲ ਹੀ, ਕੀ ਨਾਮ ਹੀ ਉਹਦਾ, ਟਾਂਡੀ ਮੰਗਟਾ ਜੀ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ, ਤਾਂ ਵਿਖਾਇਆ। ਚਲੋ ਉਹ ਸਾਹਮਣੇ ਆ ਸ਼ੈਡਨ ਕਾਲਜ, ਹੈ ਨਾ, ਮੇਰਾ ਕਾਲਜ, ਜੱਟ ਸਾਹਿਬ ਦਾ ਕਾਲਜ। ਉਹ ਸ਼ੈਡਨ ਲਿਖਿਆ ਵੀ ਥੋੜਾ ਜਿਹਾ ਤੁਹਾਨੂੰ ਲੱਭੇ, ਤੇ ਇੱਕ ਹੋਰ ਬਿਮਰ ਉਧਰ। ਸੋ ਭਾਜੀ ਦਾ ਮੈਸੇਜ ਕੀ ਆਇਆ?
ਰੋਟੀ ਡ੍ਰੌਪ ਕਰਨੀ ਆ। ਰੋਟੀ ਡ੍ਰੌਪ ਕਰਾਂਗੇ ਹਨਾ, ਤੇ ਉਹਨਾਂ ਦੇ ਦੀਦੀ ਦੇ ਘਰੋਂ ਲੈਣੀ ਆ। ਸੋ ਜਿਹੜੇ US ਵਾਲੇ ਭਾਜੀ ਆ ਸਾਡੇ, ਉਹ US ਤੋਂ ਆਏ ਹੋਏ ਆ ਤੇ ਇਸ ਟਾਈਮ ਹੋਟਲ 'ਚ ਨੇ, ਕਿਉਂਕਿ ਕੁਆਰੰਟਾਈਨ ਕਰ ਰਹੇ ਨੇ 14 ਦਿਨ ਲਈ। ਸੋ ਮੈਂ ਕੱਲ ਗਿਆ ਸੀ, ਪਤਾ ਭਾਜੀ ਨੇ ਮਿਲਣ ਵੀ ਨਹੀਂ ਦਿੱਤਾ, ਕੋਲੇ ਵੀ ਨਹੀਂ ਆਣ ਦਿੱਤਾ, ਤੇ ਭਾਜੀ ਕਹਿੰਦੇ ਰੱਖ ਕੇ ਚੱਲ ਜੀ। ਮੈਂ ਗਿਆ ਨਹੀਂ, ਮੈਂ ਦੂਰੋਂ ਮੈਨੂੰ ਭਾਜੀ ਨੂੰ ਬੁਲਾ ਕੇ ਆਇਆ, ਭਾਜੀ ਬਾਏ ਕੋਈ ਚੱਕਰ ਨਹੀਂ। ਸੋ ਕੱਲ ਗਏ ਸੀ ਆਪਾਂ, ਐਂਡ ਭਾਜੀ ਤੇ ਸਾਡੀ ਭਾਬੀ ਜੀ ਹੋਟਲ 'ਚ ਨੇ, ਮਤਲਬ ਆਪਣਾ ਕੁਆਰੰਟਾਈਨ ਕਰ ਰਹੇ ਆ। ਸੋ ਆਪਾਂ ਚੱਲਦੇ ਆ। ਇੱਥੇ ਪੀਜ਼ਾ ਵੀ ਹੈ ਹੀ ਪਲਾਜ਼ੇ 'ਚ, ਪਿਛਲੀ ਸਾਈਡ 'ਚ ਇਹ ਸਾਰੀਆਂ ਚੀਜ਼ਾਂ ਨੇ। ਹੁਣ ਜਿਹੜੇ ਵੀ ਇੱਥੇ ਪਲਾਜ਼ੇ ਹੁੰਦੇ ਆ ਨਾ, ਉਹਦਾ ਇਹ ਲੱਗਿਆ ਹੁੰਦਾ ਇੱਦਾਂ, ਕੀ ਕਹਿੰਦੇ ਇਹਨੂੰ, ਬਿਲਬੋਰਡ ਜਿਹਾ ਕਹਿ ਦਿੰਦੇ ਆ। ਸੋ ਉਹ ਤੇ ਲਿਖਿਆ ਹੁੰਦਾ ਕਿ ਇੱਥੇ ਕਿਹੜੀ ਚੀਜ਼ ਆ। ਸੈਕਟਰ 17 ਹੈ ਜਿਹੜਾ, ਉਹ ਇੱਕ ਰੈਸਟੋਰੈਂਟ ਜਿਹਾ ਆ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ ਆ ਪਲਾਜ਼ੇ 'ਚ। ਕਾਲਜ ਪਲਾਜ਼ਾ ਦਾ ਨਾਮ ਹੈ, ਪਰ ਸ਼ਾਈਡਨ ਪਲਾਜ਼ਾ ਪੈ ਗਿਆ ਬਾਅਦ 'ਚ। ਸ਼ੈਡਨ ਪਲਾਜ਼ਾ, ਕਾਲਜ ਪਲਾਜ਼ਾ ਸ਼ੈਡਨ ਪਲਾਜ਼ਾ ਯਾਰ, ਹਾਂ ਕਾਲਜ ਦਾ ਪਲਾਜ਼ਾ, ਠੀਕ ਹੈ। ਤੇ ਇਹ ਵੈਂਡੀਜ਼ ਆ ਇੱਧਰ, ਵੈਂਡੀਜ਼ ਜਿਵੇਂ ਮੈਕਡੀ ਹੁੰਦਾ ਉਦਾਂ ਹੀ ਆ ਵੈਂਡੀਜ਼ ਵੀ। ਸੋ ਇਹ ਸਟਾਪ ਸਾਈਨ ਹੁੰਦਾ, ਸਟਾਪ ਸਾਈਨ ਤੇ ਕੀ ਕਰਨਾ ਹੁੰਦਾ ਆਪਾਂ, ਸਟਾਪ ਸਾਈਨ ਤੇ ਰੁਕ ਕੇ ਇੱਧਰ ਉੱਧਰ ਦੇਖ ਕੇ ਤੇ ਫਿਰ ਜਾਣਾ ਹੁੰਦਾ। ਲੋ ਜੀ ਇਹਦੀ ਰੂਫ ਵੀ ਖੋਲ ਕੇ ਦਿਖਾ ਦਿੰਦੇ ਆ। ਇੱਕ SOS ਵਾਲਾ ਫੀਚਰ ਵੀ ਆਇਆ, ਅਗਰ ਤੁਸੀਂ ਮਤਲਬ ਕੁਝ ਹੋ ਜਾਂਦਾ ਇਹਨੂੰ ਦਬਾਓ। ਬਾਕੀ ਇਹ ਅੰਦਰ ਵਾਲਾ ਬਟਨ ਦਬਾਉਣਾ ਹੁੰਦਾ ਆਪਾਂ, ਹਾਂ ਪਰ ਦਬਾਈ ਨਾ ਮੇਰਾ ਵੀ, ਦਬਾਤਾ ਤੇ ਪੁਲਿਸ ਆ ਜਾਏਗੀ। ਸੋ ਇਹ ਵੀ ਹੈ, ਇਹ ਲਾਈਟਾਂ ਦਾ ਆ। ਬਾਕੀ ਇਹਦੇ ਨਾਲ ਰੂਫ ਖੁੱਲ ਜਾਂਦੀ ਆ। ਇਹ ਦੇਖੋ ਰੂਫ ਖੁੱਲ ਗਿਆ ਇਹਦੇ ਨਾਲ, ਠੀਕ ਹੈ ਜੀ। ਤੇ ਇਹਦੇ ਨਾਲ ਹੀ ਬੰਦ ਹੋ ਜਾਣੀ ਆ। ਅੱਗੇ ਦਾ ਤੁਹਾਨੂੰ ਗੇੜੀ ਦਿਖਾ ਦਿੰਦੇ ਆ। ਹੁਣ ਇਹ ਕੀ ਆ, ਇਹ ਕਿਹੜਾ ਪਲਾਜ਼ਾ ਆ? ਇਹ ਸਬਜ਼ੀ ਮੰਡੀ ਆ। ਇਹ ਪੰਜਾਬੀ ਬਾਜ਼ਾਰ, ਇਹ ਪੰਜਾਬੀ ਬਾਜ਼ਾਰ ਪਲਾਜ਼ਾ, ਤੇ ਪਰਲੇ ਵਾਲਾ ਹੈ ਸਬਜ਼ੀ ਮੰਡੀ ਪਲਾਜ਼ਾ। ਤੇ ਜਿਹੜੀ ਗੇੜੀਆਂ ਗੁੜੀਆਂ ਲੱਗਦੀਆਂ ਨੇ ਉਹ ਸਾਰੀਆਂ ਇੱਥੇ ਹੀ ਲੱਗਦੀਆਂ ਨੇ, ਠੀਕ ਹੈ ਜੀ। ਸੋ ਹੁਣ ਆਪਾਂ ਜਾ ਰਹੇ ਹਾਂ ਇੱਧਰਲੇ ਪਲਾਜ਼ੇ ਤੋਂ, ਪੰਜਾਬੀ ਬਾਜ਼ਾਰ ਪਲਾਜ਼ੇ ਤੋਂ ਸਬਜ਼ੀ ਮੰਡੀ ਵਾਲੇ ਪਲਾਜ਼ੇ। ਸਬਜ਼ੀ ਮੰਡੀ ਵਾਲੇ 'ਚ ਜਾਣਾ ਆਪਾਂ। ਲੁੱਕ ਵਾਰ ਕਰੀਏ ਨਾ ਕਿਸੇ ਤੇ। ਅੱਜ ਰੌਣਕ ਮੇਲਾ ਇੱਥੇ ਥੋੜਾ ਘੱਟ ਆ, ਕਿਉਂਕਿ ਅੱਜ ਮੰਡੇ ਆ। ਦੋਨੋਂ ਪਲਾਜ਼ੇ ਤੁਹਾਨੂੰ ਦਿਖਾਤੇ। ਸੋ ਹੁਣ ਆਪਾਂ ਕਰਾਂਗੇ ਅੱਗੇ ਦੀ ਗੱਲ, ਤੇ ਆਪਾਂ ਜਾ ਕੇ ਫੜਾ ਕੇ ਆਨੇ ਆ ਰੋਟੀ। ਤੇ ਐਡਰੈਸ ਤੈਨੂੰ ਪਤਾ ਨਾ ਕਿੱਥੇ ਘਰ ਦੀ ਦਾ। ਸੋ ਅੱਗੇ ਰੋਟੀ ਬਣਾ ਕੇ ਆਨੇ ਆ, ਤੇ ਤੁਹਾਨੂੰ ਕੁਝ ਚੀਜ਼ਾਂ ਭਜਾ ਕੇ ਦਿਖਾਣੇ ਆ ਥੋੜੀ ਜੀ, ਹੈਨਾ। ਅੱਗੇ ਇੱਥੇ ਮਾਮੇ ਅੱਜ ਤੁਹਾਨੂੰ ਕੈਮਰਾ ਵੀ ਦਿਖਾਣੇ ਆ, ਤੇ ਸਪੀਡ ਕੈਮਰਾ ਲੱਗਿਆ ਐਸੇ ਰੋਡ ਤੇ। ਉਹ ਤੁਹਾਨੂੰ ਕੈਮਰਾ ਦਿਖਾਣਾ। ਜਿਸ ਦਿਨ ਕੈਮਰਾ ਲੱਗਿਆ ਸੀ ਉਸੇ ਦਿਨ, ਜਿਸ ਦਿਨ ਕੈਮਰਾ ਲੱਗਿਆ ਸੀ ਉਸੇ ਦਿਨ ਕੋਈ ਉਹ ਤੇ ਕਾਲਾ ਪੇਂਟ ਮਾਰ ਗਿਆ ਸੀ, ਹੈਨਾ। ਨਹੀਂ ਪਹਿਲੇ ਦਿਨ ਤੇ ਤੋੜ ਗਏ ਸੀਗੇ ਕੋਈ ਆਪਣੇ। ਹਾਂ ਉਹ ਦੂਸਰੇ ਵਾਲਾ ਤੋੜਿਆ ਸੀ, ਪਤਾ ਨਹੀਂ ਕਿੰਨੇ ਸਟੂਡੈਂਟਾਂ ਨੇ ਤੋੜਿਆ, ਕਿੰਨੇ ਤੋੜਿਆ ਤੋੜਤਾ ਸੀ, ਉਹੀ ਵਾਲਾ ਤੋੜਿਆ ਸੀ ਯਾਰ। ਸਟੂਡੈਂਟ ਮੈਨੂੰ ਨਹੀਂ ਲੱਗਦਾ ਸਟੂਡੈਂਟ ਨੇ ਤੋੜਿਆ ਕਿਸੇ ਹੋਰ ਨੇ ਤੋੜਿਆ। ਇਹ ਗੋਰੇ ਕਰਦੇ ਆ ਇਦਾਂ ਦੀ ਕੰਮ। ਤੋੜਤਾ ਸੀਗਾ। ਉਸ ਤੋਂ ਬਾਅਦ ਕੀ ਕਹਿੰਦੇ ਨੇ, ਕਿਸੇ ਨੇ ਪੇਂਟ ਮਾਰਤਾ, ਉਹ ਫੇਰ ਸਾਫ਼ ਕਰਕੇ ਗਏ, ਫਿਰ ਸਾਫ਼ ਕਰਕੇ ਫਿਰ ਪੇਂਟ ਮਾਰਤਾ। ਪਰ ਉਹ ਹਲੇ ਵੀ ਦਾਗ ਹੈਗੇ ਆ, ਉਹ ਹਜੇ ਵੀ ਉਹ ਤੇ ਦਾਗ ਆ, ਪਰ ਕਲੀਨ ਕਰ ਜਾਂਦੇ ਆ। ਤੇ ਕੀ ਹੈ, ਜਦੋਂ 10 ਦੀ ਸਪੀਡ ਦੇ ਬਾਅਦ ਮਾਰਦੇ ਆ ਹਨਾ ਫਲੈਸ਼। ਤੇ ਇਹ ਜਿਹੜੇ 60 ਤੋਂ 65 ਤੋਂ ਬਾਅਦ 60 ਦੀ ਸਪੀਡ ਆ ਰੋਡ ਤੇ। ਸੋ ਇਹ ਰੋਡ ਤੇ ਆ 60 ਦੀ ਸਪੀਡ, ਤੇ ਅਗਰ 65 ਤੋਂ ਅਬਵ ਹੁੰਦੀ ਆ ਤੇ ਉਹ ਫਲੈਸ਼ ਮਾਰ ਕੇ ਫੋਟੋ ਖਿੱਚ ਲੈਂਦੀ ਨੰਬਰ ਪਲੇਟ ਦੀ, ਤੇ ਸਾਡੇ ਘਰੇ ਟਿਕਟ ਆ ਜਾਂਦੀ ਆ। ਤੇ ਐਦਾਂ ਹੀ ਹੁੰਦਾ ਰੈੱਡ ਲਾਈਟ ਕੈਮਰੇ ਤੇ। ਰੈੱਡ ਲਾਈਟ ਕੈਮਰਾ ਵੀ ਹੈ ਪਿੱਛੇ, ਜਦੋਂ ਆਪਾਂ ਬੱਤੀਆਂ ਸਾਰਿਆਂ ਤੇ ਨਹੀਂ ਹੈਗਾ, ਉਹ ਕਈਆਂ ਤੇ ਹੈ। ਤੇ ਰੈੱਡ ਲਾਈਟ ਤੇ ਅਗਰ ਬੱਤੀ ਤੱਪ ਜਾਂਦੇ ਆ ਤੇ ਫਲੈਸ਼ ਮਾਰ ਦਿੰਦੇ। ਤੁਹਾਨੂੰ ਮੈਂ ਕੈਮਰਾ ਦਿਖਾਣਾ ਹੁਣੇ। ਵੀਰ ਜੀ ਦੀ ਇੱਕ ਵਾਰ 350 ਦੀ ਟਿਕਟ ਆ ਚੁੱਕੀ ਹੈ, ਮੈਂ ਤੁਹਾਨੂੰ ਦਿਖਾਣਾ। ਇਹ ਲੱਗਿਆ ਜੀ ਸਾਹਮਣੇ ਸਪੀਡ ਕੈਮਰਾ, ਲਾਲ ਪੇਂਟ ਮਾਰਿਆ ਹੈ ਕਿਸੇ ਨੇ, ਲਾਲ ਪੇਂਟ ਮਾਰਿਆ ਹੋਇਆ ਤੇ। ਸੋ ਹੁਣ ਆਪਾਂ ਰੋਟੀ ਚੱਕਣ ਜਾ ਰਹੇ ਹਾਂ, ਫਿਰ ਆਪਾਂ ਫੜਾ ਕੇ ਆਉਂਦੇ। ਮੈਂ ਆ ਲੋ ਜੀ ਰੋਟੀ ਆਪਾਂ ਲੈ ਲਈ, ਹੁਣ ਆਪਾਂ ਦੇ ਕੇ ਆ ਜਾਂਦੇ ਆ। ਸੋ ਚਲਿਏ ਪਾ ਲੈਂਦੇ ਪਾ ਦੇ ਸਪੋਰਟਸ ਪਾ ਦੇ ਜਾਣ ਦੇ ਸਲੋ ਆ 40 ਤੇ। ਸੋ ਇਸ ਟਾਈਮ ਤੇ 40 ਤੇ ਆ, ਦੇ ਇਸ ਥੋੜੀ ਬਸ ਪੁਲਿਸ ਨਾ ਹੋਏ। ਸੋ
140 ਤੋਂ ਵਾਪਸ 140 ਤੇ ਪਹੁੰਚ ਗਈ ਸੀ ਗੱਡੀ ਵਿਦਿਨ ਮੇਬੀ 3 ਸੈਕਿੰਡਸ ਹਨਾ ਪਤਾ ਨਹੀਂ ਯਾਰ ਸੈਕਿੰਡ ਨਹੀਂ ਮਿਲੇ ਪਰ ਘੱਟ ਹੀ ਨਹੀਂ ਆਦੇ 10 ਸੈਕਿੰਡ ਸੋ ਆਪਾਂ ਇੱਥੇ ਮੀਟਰ ਇੱਥੋਂ ਆ ਜਾਂਦਾ ਚੇਂਜ ਕਰ ਦਿੰਦੇ ਹਨਾ ਮੀਟਰ ਆ ਗਿਆ ਪਾਵਰ ਤੇ ਪਾਵਰ ਜਿਹੜੀ ਹੁੰਦੀ ਹੈ ਉਹਦਾ ਹਾਂ ਹਾਰਸ ਪਾਵਰ ਓਕੇ ਸੋ ਮੈਂ ਚਲਾਈ ਹੈ ਗੱਡੀ ਤੁਸੀਂ ਦੇਖੀ ਹੋਣੀ ਮੇਰੇ ਸਟੋਰੀਜ਼ ਜਿਹੜਾ ਮੈਨੂੰ ਇੰਸਟਾ ਤੇ ਫੋਲੋ ਕਰਦਾ ਆ ਕਿ ਮੈਂ 1.5-2 ਹਫ਼ਤੇ ਮੇਰੇ ਕੋਲੇ ਆ 2 ਹਫ਼ਤੇ ਹੋ ਗਏ ਔਰ ਬਾਈ ਸਟੀਅਰਿੰਗ ਤੇ ਪੈਰ ਰੱਖੋ ਤੇ ਉੱਠਦੀ ਜਾਂਦੀ ਹੈ ਹਨਾ ਸਟੀਅਰਿੰਗ ਤੇ ਨਹੀਂ ਐਕਸਲਰੇਟਰ ਤੇ ਪੈਰ ਰੱਖੋ ਤੇ ਉੱਡਦੀ ਜਾਂਦੀ ਆ ਸੋ ਉਹ ਹੋਟਲ ਇੱਥੇ ਹੀ ਆ ਕਿਤੇ ਚੱਲ ਮੈਂ ਦੱਸ ਅੱਗੇ ਆ ਬ੍ਰਿਟਾਨੀਆ ਹਾਂ ਹਯਾਤ ਬ੍ਰਿਟਾਨੀਆ ਉਹ ਤੇ ਬ੍ਰਿਟਾਨੀਆ ਰੋਡ ਤੇ ਆ ਓਕੇ ਸੋ ਹੋਰ ਕੀ ਗੱਲ ਨਹੀਂ ਕੀਤੀ ਆਪਾਂ ਗੱਡੀ ਦੇ ਬਾਰੇ ਹੋਰ ਕੋਈ ਗੱਲ ਮੈਨੂੰ ਵੀ ਨਹੀਂ ਚੇਤੇ ਆਉਂਦੀ ਸੋ ਇੱਕ ਮੇਰੀ ਵੀਡੀਓ ਚ ਆ ਰਿਹਾ ਪਹਿਲਾਂ ਵੀ ਸ਼ਾਇਦ ਆਇਆ ਹਾਂ ਹੁਣ ਇੱਕ ਇਹ ਚੀਜ਼ ਦੱਸ ਕਿ ਗੱਡੀ ਤੈਨੂੰ ਕਿੱਦਾਂ ਲੱਗ ਰਿਹਾ ਕਿ ਗੱਡੀ ਸਟੂਡੈਂਟ ਨੂੰ ਲੈਣੀ ਚਾਹੀਦੀ ਹੈ ਨਹੀਂ ਲੈਣੀ ਚਾਹੀਦੀ ਵਧੀਆ ਗੱਡੀ ਹੈ ਯਾਰ ਨਹੀਂ ਸਟੂਡੈਂਟ ਦਾ ਖਰਚਾ ਬਹੁਤ ਐਕਸਪੈਂਸਿਵ ਬਹੁਤ ਆ ਹਾਂ ਜੇ ਕੱਲ ਨੂੰ ਤੁਸੀਂ ਇਹਦੀ ਸਰਵਿਸ ਵਗੈਰਾ ਕਰਾਉਣੀ ਹੈ ਜਾਂ ਫਿਰ ਕੋਈ ਨੁਕਸਾਨ ਹੋ ਜਾਂਦਾ ਛੋਟਾ ਮੋਟਾ ਤੇ ਬਹੁਤ ਐਕਸਪੈਂਸਿਵ ਹੈ ਇਹਦੀ ਇੱਕ ਪੀਲੀ ਬੱਤੀਆਂ ਆਪਾਂ ਟੱਪਦੀਆਂ ਇਹਦੀ ਇੱਕ ਹੈਡਲਾਈਟ ਹੀ 4500 ਤੋਂ 5000 ਸਮਥਿੰਗ ਦੀ ਆਉਂਦੀ ਹੈ ਜੇ ਕਿਤੇ ਛੋਟੀ ਮੋਟੀ ਬ੍ਰੇਕ ਹੋ ਜੇ ਮੇਰੀ ਹੋਈ ਆ ਮੈਨੂੰ ਦਰਦ ਪਤਾ ਸੋ ਤੈਨੂੰ ਇਹਦਾ ਕੀ ਲੱਗਦਾ ਕਿ ਗੱਡੀ ਮਤਲਬ ਸਟੂਡੈਂਟ ਲਾਈਫ 'ਚ ਲੈਣੀ ਚਾਹੀਦੀ ਕਿ ਨਹੀਂ ਲੈ ਲਓ ਵਧੀਆ ਹਰ ਇੱਕ ਸਟੂਡੈਂਟ ਅਫੋਰਡ ਕਰ ਹੀ ਰਿਹਾ ਤੂੰ ਵੱਡੀ ਅਫੋਰਡ ਕਰ ਲੈਂਦੇ ਆ ਸਟੂਡੈਂਟ ਕੁਝ ਵੀ ਕਰ ਸਕਦੇ ਯਾ ਕਈ ਜਿਹੜੇ ਆਪਣੇ ਭਰਾ ਲੋਨ ਲੈ ਕੇ ਆਉਂਦੇ ਆ ਨਾ ਉਹ ਰਹਿਣ ਦਿਓ ਯਾਰ ਕਈ ਪਿੱਛੋਂ ਕਈ ਬਹੁਤ ਜ਼ਿਆਦਾ ਤੰਗ ਹੁੰਦੇ ਆ ਤੁਸੀਂ ਸੇਵ ਕੁਝ ਨਹੀਂ ਕਰ ਸਕਦੇ ਹਾਂ ਗੱਡੀ ਦੇ ਨਾਲ ਸੇਵਿੰਗਸ ਬਹੁਤ ਘਟ ਜਾਂਦੀਆਂ ਨੇ ਬਹੁਤ ਘਟ ਜਾਂਦੀਆਂ ਨੇ ਹਨਾ ਪਰ ਜਿਹਨੇ ਹਾਈ ਮੇਨਟੇਨੈਂਸ ਗੱਡੀ ਲੈ ਲਈ ਫਿਰ ਤੇ ਬਹੁਤ ਯਾ ਤੇ ਲਈ ਇਹਦਾ ਪਾਉਣਾ ਪੈਂਦਾ ਹਰ ਦੂਜੇ ਤੀਜੇ ਦਿਨ ਬਾਅਦ ਮੇਰੇ ਵਾਲੀ ਦਾ ਤੇਲ ਦਾ ਖਰਚਾ ਘੱਟ ਹੈ ਇਹਦੇ ਨਾਲੋਂ ਮੈਂ ਦੇਖਿਆ ਕਿਉਂਕਿ ਮੈਂ ਹਫਤੇ 'ਚ ਇੱਕ ਵਾਰੀ ਪਵਾਉਣਾ ਜੋ ਤੇਰੀ ਗੱਡੀ ਲਈ ਹੈ ਮੈਂ ਹਫਤੇ 'ਚ 2 ਵਾਰੀ 2 ਸ਼ਾਇਦ 3 ਵਾਰੀ ਪਾਇਆ ਕਿਉਂਕਿ ਮੈਂ ਨਾਇਗਰਾ ਵੀ ਗਿਆ ਸੀ ਹਨਾ ਤੇ 3 ਵਾਰੀ ਪਾ ਲਿਆ ਮਹਿੰਗਾ ਪੈਂਦਾ ਦੂਜੇ ਵਾਲਾ ਪੈਂਦਾ ਹਾਂ 91 ਪੈਂਦਾ 91 ਦਾ ਤੇਲ ਵੀ ਮਹਿੰਗਾ ਪੈਂਦਾ ਹੁਣ ਤੇਲ ਵੀ ਇੱਥੇ 4 ਕਿਸਮ ਦੇ ਹੁੰਦੇ ਆ ਕਈ ਗੈਸ ਸਟੇਸ਼ਨ ਦੇ 2 ਕਿਸਮ ਦੇ ਹੁੰਦੇ 3 ਦੇ ਹੁੰਦੇ ਆ ਕਈਆਂ ਦੇ 4 ਕਿਸਮ ਦੇ ਹੁੰਦੇ ਆ ਰਾਈਟ ਸੋ ਇਹਦਾ ਤੇਲ ਵੀ ਜਿਹੜਾ ਤੀਜੇ ਨੰਬਰ ਵਾਲਾ ਪਾਉਂਦਾ ਤੂੰ 91 ਰਾਈਟ ਤੇ 3rd ਨੰਬਰ ਵਾਲਾ ਪਾਉਂਦਾ ਹੈ ਬਾਕੀ ਸੈਕਿੰਡ ਵਾਲਾ ਵੀ ਚੱਲ ਜਾਂਦਾ ਹੈ ਨਾ ਸੈਕਿੰਡ ਵਾਲਾ ਇਹਨਾਂ ਨੇ ਮਿਨੀਮਮ AKI ਦਿੱਤੀ ਹੋਈ ਆ ਪਰ ਪਵਾਉਣਾ ਨਹੀਂ ਚਾਹੀਦਾ 91 ਹੀ ਪਾਓ ਸੋ 91 ਹੀ ਪਾਈਏ ਤੇ ਆਪਾਂ ਮਤਲਬ ਵਧੀਆ ਰਹਿੰਦਾ ਰਾਈਟ ਆਫੀਸ਼ੀਅਲੀ ਜੋ BMW ਕਹਿੰਦੀ ਉਹ 91 ਹੀ ਕਹਿੰਦੀ ਹੈ ਓਕੇ ਸਰ 91 ਹੀ ਪੈਂਦਾ ਓਕੇ 91 ਸੋ ਇਹ ਸਾਰੀ ਚੀਜ਼ਾਂ ਨੇ ਜੇ ਮੈਨੂੰ ਦੱਸਾਂ ਕੀ ਲੱਗਦਾ ਕਿ ਅਗਰ ਗੱਡੀ ਲੈਣੀ ਹੈ ਨਾ ਸਟੂਡੈਂਟ ਲਾਈਫ 'ਚ ਕੈਸ਼ ਲਓ ਕੈਸ਼ ਲੈ ਲਓ ਪਰ ਦੇਖੋ ਮੈਂ ਕੀ ਸੋਚ ਕੇ ਲਈ ਸੀ ਮੈਂ ਕਿਹਾ ਮੈਂ ਇੱਕ ਵਾਰ ਲੈਣੀ ਆ ਸਟੂਡੈਂਟ ਲਾਈਫ ਦੇ ਵਿੱਚ ਮੈਨੂੰ ਪਤਾ ਮੇਰੀ ਸ਼ੁਰੂ ਤੋਂ ਆਦਤ ਹੈ ਜੇ ਮੈਂ ਕੋਈ ਚੀਜ਼ ਲੈਣੀ ਆ ਮਤਲਬ ਥੋੜੀ ਵਧੀਆ ਲੈ ਲੈਣਾ ਕਿ ਮੈਨੂੰ ਕੱਲ ਨੂੰ ਉਹਦੇ ਪੈਸੇ ਭਰਦੇ ਜਾਂ ਉਹਦੀ ਕੋਈ ਚੀਜ਼ ਕਰਦੇ ਹੋਏ ਮੈਨੂੰ ਕੋਈ ਦੁੱਖ ਨਾ ਹੋਵੇ ਇੱਕ ਵਾਰੀ ਲੈ ਲਈ ਹੁਣ ਇਹ ਹੈਗਾ ਕਿ ਬੀਮਰ ਆ ਮੈਨੂੰ ਇਹ ਤੂੰ ਅੱਜ ਤੱਕ 2 ਸਾਲ ਹੋ ਗਏ ਮੇਰੇ ਕੋਲ ਇਹ ਗੱਡੀ ਪਰ ਮੈਨੂੰ ਜਮਾ ਮਤਲਬ ਇਦਾਂ ਫੀਲ ਨਹੀਂ ਹੋਇਆ ਕਿ ਯਾਰ ਮੈਂ ਕਿਉਂ ਲਈ ਹਾਂ ਉਹ ਚੀਜ਼ ਕਿਉਂਕਿ ਜਦ ਮੈਂ ਐਲੈਂਟਰਾ ਲਈ ਆ ਐਲੈਂਟਰਾ ਦਾ ਇਹ ਹੈਗਾ ਕਿ ਖਰਚਾ ਘੱਟ ਆ ਮੈਂ ਇਹਦੇ ਨਾਲ ਦੇਖੋ ਜੇ ਸਪੀਡ ਵਾਲੀ ਗੱਲ ਆ ਜਾਂਦੀ ਮਸਲ ਕਾਰਾਂ ਵਾਲੀ ਭੱਜਦੀ ਵੀ ਬਹੁਤ ਆ ਮੈਂ ਚੈਲੰਜਰਾਂ ਚਾਰਜਰਾਂ ਸਾਰੀਆਂ ਕੱਟੀਆਂ ਹੋਈਆਂ ਨੇ ਇਹਦੇ ਨਾਲ ਕੈਡੀਲੈਕ ਵਗੈਰਾ ਤੇ ਭੱਜਦੀ ਪੂਰੀ ਹਾਂ ਇਹ ਤੇ ਹੈ ਕਿ ਭੱਜਦੀ ਪੂਰੀ ਆ ਟਵਿਨ ਟਰਬੋ ਇੰਜਨ ਹੈ ਦਾ ਵੀ ਫੀਚਰ ਮਤਲਬ ਅਲੱਗ-ਅਲੱਗ BMWs ਦੇ ਹੁੰਦੀਆਂ ਨੇ ਕਿ ਅਲੱਗ-ਅਲੱਗ ਇੰਜਨ ਹੁੰਦੇ ਆ ਹੁਣ ਮੇਰੀ 330 ਆਇਆ 330 ਆਈ ਆ ਜਿਹੜੀ 330 ਆਂਦੀ ਆ ਉਹਦੇ ਵਿੱਚ ਟਵਿਨ ਟਰਬੋ ਹੁੰਦੇ ਨੇ ਤੇ V4 ਦੇ ਨਾਲ ਟਵਿਨ ਟਰਬੋ ਬਹੁਤ ਜ਼ਿਆਦਾ ਐਕਸਲਰੇਟ ਕਰਦੇ ਜਿਹੜੀ ਇਹਦੀ ਸਪੀਡ ਹੁੰਦੀ ਆ ਤੇ ਉਹ ਫਾਇਦਾ ਹੁੰਦਾ ਹੁਣ ਸੇਮ ਗੱਡੀ ਆ ਸਾਹਮਣੇ ਜਾ ਰਹੀ ਆ ਵਾਈਟ ਕਲਰ ਦੀ ਦਿਖਾਈ ਬਿਲਕੁਲ ਸੇਮ ਆ ਡਿਟੋ ਆ ਰਿਮ ਥੋੜੇ ਜੇ ਦੂਜੇ ਨੇ ਇਹਦੇ ਤੇ ਪਰ 320 ਆ ਹੁਣ ਇਹਦਾ ਇੰਜਨ ਛੋਟਾ ਆ ਇਹਦਾ ਇੰਜਨ V4 ਹੀ ਆ ਬਟ ਇਹਦੇ ਚ ਟਰਬੋ ਹੈ ਨਹੀਂ ਓਕੇ ਸੋ ਉਹ ਆ ਸਾਹਮਣੇ ਜਿਹੜੀ ਬਿਲਡਿੰਗ ਹੈ ਨਾ ਇੱਕ ਹਯਾਤ ਹੋਈ ਠੀਕ ਹੈ ਤੇ ਸਾਨੂੰ ਯੂ ਟਰਨ ਲੈ ਕੇ ਆਣਾ ਪੈਣਾ ਉਹ ਯਾਰ ਮੈਂ ਅੱਗੂ ਯੂ ਟਰਨ ਲੈ ਲਈ ਤੇ ਯਾ ਇਹ ਚੀਜ਼ ਆ ਥੋੜੇ ਬਹੁਤੇ ਮਤਲਬ ਮੈਨੂੰ ਦੁੱਖ ਨਹੀਂ ਹੁੰਦਾ ਲੈ ਸਕਦੇ ਹਰ ਇੱਕ ਸਟੂਡੈਂਟ ਨੇ ਰੱਖੀ ਹੋਈ ਹੈ ਇੱਥੇ ਗੱਡੀ BMW ਵੀ ਲੈ ਹੀ ਲੈਂਦੇ ਹਰ ਇੱਕ ਨੇ ਲਈ ਹੋਈ ਆ ਲੈ ਹੀ ਲੈਂਦੇ ਆ ਮਤਲਬ ਆ ਕੋਲ ਐ ਹੋਟਲ ਚ ਜਾਣਾ ਆਪਾਂ ਗਏ ਹਾਲੇ ਚ ਬਿਲਡਿੰਗ ਵਿੱਚ ਜਿਹੜੀ ਆਇਆ ਸੋ ਮੈਂ ਜਿਵੇਂ ਮੇਰਾ ਸੁਜੈਸ਼ਨ ਦੱਸਾਂ ਕਿ ਹੁੰਦਾ ਕੋਈ ਮੇਰੇ ਤੋਂ ਗੱਡੀ ਦਾ ਪੁੱਛਦਾ ਜਿੰਨੀ ਜ਼ਿਆਦਾ ਕਿਲੋਮੀਟਰ ਵੱਧ ਹੁੰਦੇ ਆ ਗੱਡੀ ਦੇ ਤੁਹਾਨੂੰ ਉਨਾ ਹੀ ਫਿਰ ਬਾਅਦ ਚ ਮੇਨਟੇਨੈਂਸ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਗੱਡੀ ਦੀਆਂ ਮੈਂ ਦੱਸਾਂ ਕੀ ਸੁਜੈਸਟ ਕਰਨਾ ਅਗਰ ਕੋਈ ਮੇਰੇ ਤੋਂ ਗੱਡੀ ਦਾ ਪੁੱਛਦਾ ਸਭ ਤੋਂ ਪਹਿਲੀ ਚੀਜ਼ ਹੈ ਬਈ ਕੈਸ਼ ਤੇ ਲੈ ਲਓ ਜੋ ਮੇਰੀ ਸੁਜੈਸ਼ਨ ਹੈ ਸਾਰਿਆਂ ਦਾ ਡਿਫਰੈਂਟ ਆ ਠੀਕ ਹੈ ਕੈਸ਼ ਤੇ ਗੱਡੀ 3-4 ਹਜ਼ਾਰ ਦੀ ਲੱਭ ਲਓ ਉਹਦਾ ਇਹ ਫਾਇਦਾ ਹੈ ਕਿ ਤੁਸੀਂ ਅਗਰ ਤੁਹਾਨੂੰ ਇੰਸ਼ੋਰੈਂਸ ਮਹਿੰਗਾ ਪੈ ਰਿਹਾ ਥਰਡ ਪਾਰਟੀ ਕਰਾ ਲਓ ਬਾਕੀ ਉਹਦੀ ਐਨੀ ਟੈਨਸ਼ਨ ਨਹੀਂ ਠੀਕ ਹੈ ਗੱਡੀ ਦੀ
ਤੇ ਸਸਤੀ ਗੱਡੀ ਲੈ ਲਓ, ਨਾ ਕਿਸ਼ਤਾਂ ਦਾ ਰੌਲਾ ਨਾ ਕੋਈ ਕੁਝ, ਠੀਕ ਹੈ। ਅਗਰ ਤੁਸੀਂ ਪੈਸੇ ਹੈਗੇ ਨੇ, ਅਗਰ ਤੁਸੀਂ ਗੱਡੀ ਲੈਣੀ ਹੈ, ਹੁਣ ਫਿਰ ਆ ਜਾਂਦੀ ਹੈ ਅਗਰ ਤੁਸੀਂ ਲੈਣੀ ਐਦਾਂ ਦੀਆਂ ਮਸਲ ਕਾਰ ਵਗੈਰਾ ਫਿਰ ਲੈ ਲਓ, ਪਰ ਇਹ ਚੀਜ਼ਾਂ ਦਾ ਧਿਆਨ ਰੱਖਿਓ ਕਿ ਇੱਕ ਗੈਪ ਇੰਸ਼ੋਰੈਂਸ ਜ਼ਰੂਰ ਲਓ ਤੇ ਇੱਕ ਆਪਣਾ ਹਾਂ ਗੈਪ ਇੰਸ਼ੋਰੈਂਸ ਵਗੈਰਾ ਲੈ ਲਓ। ਬਾਕੀ ਸਟੂਡੈਂਟ ਲਾਈਫ 'ਚ ਜਿਹੜੇ ਜ਼ਿਆਦਾਤਰ ਸਟੂਡੈਂਟ ਆ, ਮੈਂ ਸਾਰਿਆਂ ਨੂੰ ਸੁਜੈਸਟ ਕਰਨਾ ਕਿ ਸਟੂਡੈਂਟ ਲਾਈਫ 'ਚ ਗੱਡੀ ਨਾ ਲਓ। ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਈ ਗੱਡੀ ਤੋਂ, ਪਰ ਮੈਂ ਤਾਂ ਲੈਣੀ ਹੀ, ਪਰ ਸਟੂਡੈਂਟ ਲਾਈਫ 'ਚ ਮੇਰੇ ਹਿਸਾਬ ਨਾਲ ਗੱਡੀ ਨਹੀਂ ਲੈਣੀ ਚਾਹੀਦੀ। ਅਗਰ ਤੁਸੀਂ ਲੈਣੀ ਹੈ ਤੇ ਘੱਟ ਖਰਚੇ ਵਾਲੀ ਗੱਡੀ ਲਓ ਕਿ ਬਾਅਦ 'ਚ ਤੰਗ ਨਾ ਹੋਇਓ, ਕਿਉਂਕਿ ਆਪਾਂ ਫੀਸਾਂ ਵੀ ਭਰਨੀਆਂ ਨੇ, ਠੀਕ ਹੈ। ਜਿਨ੍ਹਾਂ ਦੇ ਘਰ ਵਾਲੇ ਅਫੋਰਡ ਕਰਦੇ ਆ, ਘਰੋਂ ਭੇਜ ਦਿੰਦੇ ਆ ਫੀਸਾਂ ਵਗੈਰਾ, ਜਾਂ ਫਿਰ ਜਿਨ੍ਹਾਂ ਨੂੰ ਕੰਮ ਮਿਲ ਗਿਆ, ਜੇ ਸਾਡੇ ਵਰਗੇ ਨੂੰ ਕੰਮ ਨਹੀਂ ਮਿਲਿਆ, ਇਹ ਫੀਸ ਘਰੋਂ ਮੰਗਾਣੀ ਪਈ, ਫੀਸ ਘਰੋਂ ਮੰਗਾ ਕੇ ਭਰੀ ਆ। ਸੋ ਇਹ ਚੀਜ਼ ਆ ਜਿਹੜੇ ਨੋਰਮਲ ਘਰੋਂ ਆ, ਠੀਕ ਹੈ, ਕਿਉਂਕਿ ਹਰ ਟਾਈਪ ਦਾ ਬੰਦਾ ਆਉਂਦਾ, ਉਹ ਇੱਥੇ ਆ ਕੇ ਮੇਰੀ ਸੁਜੈਸ਼ਨ ਇਹ ਹੋਏਗਾ ਕਿ ਕਿਸੇ ਨੂੰ ਦੇਖ ਕੇ ਅਪਣਾਓ ਨਾ ਕਰਿਓ, ਕਿਸੇ ਨੂੰ ਦੇਖ ਕੇ ਨਾ ਕਰਿਓ। ਹਾਂ ਕਿ ਚੈਲੰਜਰ ਹੈ, ਉਹਦੇ ਕੋਲ ਚੈਲੰਜਰ ਲੈ ਲਈ, ਹੁਣ ਮੇਰਾ ਹੀ ਮੈਂ ਲਾਂਟਰਾ ਲਈ ਆ, ਮੈਂ ਲੈਣੇ ਨੂੰ ਮਸਟੈਂਗ ਲੈ ਸਕਦਾ ਸੀ, ਮੇਰਾ ਹਨਾ ਵਧੀਆ ਕੰਮ ਤੇ ਆ ਹੁਣ ਮੈਂ ਇਸ ਟਾਈਮ, ਮੈਂ ਤੇ ਹੈ ਨਹੀਂ ਕਿ ਮੈਂ ਆਦੀ ਕਿਸ਼ਤ ਨਹੀਂ ਭਰ ਸਕਦਾ, ਪਰ ਮੈਨੂੰ ਜਿੱਥੇ ਮੇਰਾ ਉਹ ਮਨ ਮੰਨਿਆ ਉੱਥੇ ਲੈ ਲਈ, ਰਾਈਟ। ਹਾਂਜੀ, ਜਿੰਨਾ ਮੇਰਾ ਮਨ ਮੰਨਿਆ ਉਨੀ ਮੈਂ ਗੱਡੀ ਲੈ ਲਈ, ਰਾਈਟ, ਆਪਣੀ ਮਰਜ਼ੀ ਤੇ ਆ। ਇਹ ਤੇ ਹੈ ਨਹੀਂ ਕਿ ਮੈਂ ਅਫੋਰਡ ਨਹੀਂ ਕਰ ਸਕਦਾ। ਅਫੋਰਡ ਵਾਲੀ ਗੱਲ ਨਹੀਂ, ਗੱਲ ਏਦਾਂ ਸੀਗੀ, ਇਹ ਸਾਨੂੰ ਕਹਿੰਦਾ ਸੀ ਚਲੋ ਆਪਾਂ ਗੱਡੀ ਲੈਣ ਜਾਣਾ, ਅਸੀਂ ਹੁੰਦੇ ਸੀਗੇ ਕੰਮ ਤੇ ਬਿਜ਼ੀ ਸਾਰੇ ਹਨਾ। ਇਹਨੂੰ ਇੱਕ ਦੋ ਵਾਰ ਲੈ ਕੇ ਗਏ, ਇਹਨੂੰ ਪਸੰਦ ਆਉਂਦੀ ਸੀ ਗੱਡੀਆਂ, ਹੁਣ ਇਹਨੂੰ ਜਿਹੜੀ ਆਉਂਦੀ ਉਹ ਅਸੀਂ ਕਹਿੰਦੇ ਹੈ ਨਾ ਘਰ ਐ ਲੈ, ਫਿਰ ਐਕਚੁਅਲੀ ਗੁੱਸੇ 'ਚ ਆਇਆ, ਗੁੱਸਾ ਆਇਆ ਹੀ ਉਸ ਦਿਨ। 5-6 ਵਜੇ ਉੱਠਿਆ, ਤਿਆਰ ਤਿਉਰ ਹੋਇਆ, ਸਵੇਰੇ ਆਪਣੇ ਆਪ ਹੀ ਨਿਕਲ ਗਿਆ। ਨਹੀਂ ਤਰਨ ਗਿਆ ਸੀ ਨਾਲ, ਤਰਨ ਬਾਅਦ ਚ ਗਿਆ, ਪਹਿਲਾਂ ਤੂੰ ਦੇਖ। ਨਹੀਂ ਦੇਖ ਕੇ ਨਹੀਂ ਆਏ, ਤਰਨ ਹੀ ਨਾਲ ਲੈ ਕੇ ਜਾ ਕੇ ਦੇਖ ਕੇ ਆਇਆ ਸੀ। ਹਾਂ, ਪਰ ਤਰਨ ਨੇ ਮੈਨੂੰ ਕਿਹਾ ਕਿ ਆਪਾਂ ਕੁਝ ਕਿਹਾ ਨਹੀਂ ਕਿ ਲੈਟ ਇਟ ਗੋ, ਜੋ ਦੱਸਾਂ ਕੀ ਹੋਇਆ ਸੀ। ਮੈਨੂੰ ਆਇਆ ਗੁੱਸਾ ਬਈ, ਰੋਜ਼ ਕੋਈ, ਕਿਉਂਕਿ ਕਿਸੇ ਕੋਲ ਟਾਈਮ ਨਹੀਂ ਹੁੰਦਾ ਸੀ, ਠੀਕ ਹੈ, ਔਰ ਸੰਡੇ ਨੂੰ ਵਿਹਲੇ ਹੁੰਦੇ ਸੀ ਸਾਰੇ, ਠੀਕ ਹੈ। ਤਰਨ ਉਸ ਟਾਈਮ ਟਰੱਕ ਜਿਹਦੇ ਜਾਣ ਲੱਗ ਗਿਆ ਸੀ ਨਵਾਂ, ਤੇ ਬਸ ਜਿਹਨਾਂ ਨੇ ਪੈਸੇ ਮਾਰ ਲਏ ਵਿਚਾਰੇ ਦੇ ਪੈਸੇ ਮਾਰ ਲਏ, $3500 ਪੰਜਾਬੀਆਂ ਕੋਲੇ ਨਾ ਲੱਗੋ ਭਾਈ, ਅਗਰ ਲੱਗਣਾ ਤਾਂ ਸਿੰਧ ਤੇ ਲੱਗੇ ਪੰਜਾਬੀਆਂ ਕੋਲੇ, ਹਨਾ। ਟਰੱਕ ਤੇ ਕੋਈ ਪੈਸੇ ਬਹੁਤ ਮਾਰਦੇ ਆ। ਤੇ ਮੇਰੇ ਕੋਲ ਤੇ ਮਾਸਕ ਹੈ। ਫਿਰ ਕੀ ਹੋਇਆ, ਮੈਨੂੰ ਗੁੱਸਾ ਜਿਹਾ ਆਇਆ ਇੱਕ ਦਿਨ, ਤੇ ਮੈਂ ਤਰਨ ਨਾਲ ਚਲੇ ਗਿਆ। ਮੈਂ ਘਰੋਂ ਇਹ ਸੋਚ ਕੇ ਗਿਆ ਸੀ ਕਿ ਜਿਹੜੀ ਪਹਿਲੀ ਗੱਡੀ ਦੇਖਣੀ ਆ ਲੈ ਲੈਣੀ ਆ। ਉਹਨੇ ਮੈਨੂੰ ਕਿਹਾ ਕਿ ਇਹ ਲਾਂਟਰਾ 18 ਮਾਡਲ ਆ, ਉਹ ਖੜੀ। ਮੈਂ ਬਸ ਫਾਈਨਲ ਆ, ਜਿੰਨੇ ਮਰਜ਼ੀ ਦੇ, ਮੈਂ ਕੁਛ ਨਹੀਂ, ਬਸ ਇਹੀ ਲੈਣੀ ਹੈ। ਉਹਦੇ ਚ ਨੁਕਸਾਨ ਕੀ ਹੋਇਆ ਮੇਰਾ, ਗੱਡੀ ਮੈਨੂੰ ਕੋਈ ਮਾੜੀ ਨਹੀਂ ਹੈ, ਬਸ ਇਹ ਨੁਕਸਾਨ ਹੋਇਆ ਕਿ ਮੈਨੂੰ ਫੀਚਰਸ ਨਹੀਂ ਲਏ ਮੈਂ ਵਿੱਚ। ਫੀਚਰ ਜਿਵੇਂ ਮੇਰੀ ਮਹਿੰਗੀ ਪੈ ਗਈ, ਬੈਕ ਕੈਮਰਾ ਵਗੈਰਾ ਨਹੀਂ ਆ, ਮੈਨੂੰ ਨਹੀਂ ਲੱਗਦਾ ਯਾਰ ਮਹਿੰਗੀ ਵੀ, ਹਾਂ ਫੀਚਰ ਦੇ ਹਿਸਾਬ ਨਾਲ ਮਹਿੰਗੀ ਆ। 16000 ਦੀ ਗੱਡੀ ਮਹਿੰਗੀ ਨਹੀਂ ਆ। ਮੈਂ ਸਾਰੀ ਟੋਟਲ ਲੋਨ ਅਮਾਉਂਟ ਦੱਸ। ਟੋਟਲ ਲੋਨ ਅਮਾਉਂਟ ਤੇ ਆਦਾ ਵੀ 54 ਪਿਆ, ਉਹਦੇ ਹਿਸਾਬ ਨਾਲ ਬੀਮਰ ਚ ਕਿੰਨੀ ਮਹਿੰਗੀ ਆ, ਤੇ ਵੈਲਿਊਏਬਲ ਆ। ਮੇਰੀ 16000 ਦੀ ਗੱਡੀ ਆ, ਉਹਦੇ ਤੇ ਇੰਟਰਸਟ ਵਗੈਰਾ ਪੈ ਕੇ ਮਹਿੰਗੀ ਪਈ ਆ, ਤੇ ਉਹ 23000 ਦੀ ਪੈ ਗਈ, 23-25। ਹਾਂ 23 ਦੀ ਪੈ ਗਈ, ਤੇ ਮਹਿੰਗੀ ਆ ਨਾ ਯਾਰ। ਹਾਂ ਚੱਲ ਠੀਕ ਆ, ਮਹਿੰਗੀ ਆ, ਤੁਹਾਡੀ ਵੈਨ ਵਾਲੇ ਪਈ ਆ, ਤੁਸੀਂ ਗਏ ਨਹੀਂ ਨਾਲ ਮੇਰੇ, ਠੀਕ ਆ। ਸੋ ਆਪਾਂ ਇਸ ਟਾਈਮ ਹੋਟਲ 'ਚ ਖੜੇ ਆ। ਹੋਟਲ ਨਹੀਂ, ਇੱਥੇ ਆ ਕੇ ਹੋਟਲ ਬੋਲਣ ਲੱਗ ਗਿਆ ਮੈਂ, ਹੋਟਲ ਹੀ ਹੁੰਦਾ ਵੈਸੇ, ਹੋਟਲ ਬੋਲਦੇ ਪਹਿਲਾਂ ਹੋਟਲ। ਚਲੋ ਤੁਹਾਨੂੰ ਚੱਲੀ ਅੰਦਰ। ਮਾਸਕ ਹੈਗਾ ਭਾਈ ਮੇਰੇ ਕੋਲ ਤੇ ਹੈਗਾ, ਆਪਣਾ ਦੇਖੋ ਅਰੇਂਜਮੈਂਟ ਕਰੋ ਯਾਰ, ਕੀ ਕਰੀਏ, ਇਹ ਪਿਆ ਮਾਸਕ ਤੇ ਮਿਲ ਗਿਆ, ਉਹ ਹੈ ਵੈਸੇ ਪੱਗ 'ਚ ਬੰਨਣ ਵੀ ਜਾਣਾ। ਚਲੋ ਫਿਰ ਚੱਲਦੇ ਆ ਅੰਦਰ ਜੀ। ਤੇ ਥੋੜਾ ਉਤਰ ਗਿਆ ਇਹਦਾ। ਇਹ ਭਾਈ ਸਾਹਿਬ ਜੋ ਗੱਡੀ ਲੈ ਕੇ ਜਾता रहा है हमारी गाड़ी। ਬਾਈ ਮੈਂ ਨਾ ਇੱਕ ਗੱਲ ਸੁਣ ਲੈ, ਟੱਚ ਵੀ ਨਹੀਂ ਹੋਣ ਦਿੱਤੀ, ਇੱਕ ਕਿਨਾਰਾ ਵੀ ਟੱਚ ਨਹੀਂ ਹੋਇਆ ਇਹਦਾ ਕਿਤੇ। ਕਹਿ ਰਿਹਾ ਮਤਲਬ ਮੈਂ ਦੇਖਿਆ, ਦੇਖ ਕਿੰਨੀ ਸਾਂਭ ਹੈ ਗੱਡੀ ਦੀ, ਆਪਣੀ ਜੈਕਟ ਨਾਲ ਸਾਫ਼ ਕਰ ਰਿਹਾ ਗੱਡੀ ਨੂੰ। ਤੇ ਇਹ ਪਹਿਲਾਂ ਸਿਲਵਰ ਕਲਰ ਦੇ ਸੀ ਨਾ, ਤੇ ਫਿਰ ਆਪਾਂ ਪੇਂਟ ਕਰਾਇਆ। ਤੇ ਡਿੱਗੀ ਖੋਲ ਸਕਦੇ ਆਪਾਂ? ਵੈਸੇ ਡਿੱਗੀ ਖੋਲਣੇ ਲਾਇਕ ਨਹੀਂ ਹੈ, ਡਿੱਗੀ 'ਚ ਸਮਾਨ ਕੁਝ ਹੋ ਰਿਹਾ, ਕੋਈ ਨਹੀਂ, ਕੱਪੜੇ ਬਹੁਤ ਪਏ ਨੇ। ਸੋ ਇਹ ਡਿੱਗੀ ਆ, ਇਹਦੇ ਕੱਪੜੇ ਥੋੜੇ ਪਏ, ਆਪਾਂ ਦੇਖਾਂਗੇ ਨਹੀਂ। ਕੱਲ ਘੁੰਮਣ ਗਏ ਸੀਗੇ, ਜਾਂ ਕੱਲ ਘੁੰਮਣ ਗਏ ਸੀ, ਤੇ ਇਸ ਟਾਈਮ ਆਏ ਆਪਾਂ ਐ ਵਾਲੇ ਹੋਟਲ 'ਚ। ਓ ਭਾਈ ਸਾਹਿਬ, ਸਮਾਨ ਕੌਣ ਚੁੱਕੇਗਾ? ਸਮਾਨ ਕੌਣ ਚੁੱਕੇਗਾ? भाई सोना बड़ा लगना है वीडियो च, तो ऐना है नहीं तू जिन्ना लगना है। पंपना दे यार नहीं सच्ची यार। एक और चीज़ दा मैं उत्थे जाके दस के आना, ਜਿਹੜੇ ਇਲੈਕਟ੍ਰਿਕ ਗੱਡੀਆਂ ਹੁੰਦੀਆਂ ਨੇ ਨਾ ਉਹਦੇ ਵਾਸਤੇ ਆ, ਇਲੈਕਟ੍ਰਿਕ ਚਾਰਜ ਕਰਨੇ ਵਾਸਤੇ। ਟੈਸਲਾ ਹੀ ਨਹੀਂ, ਰੇਂਜ ਰੋਵਰ ਦੀ ਵੀ ਹੈ ਨੇ ਇਲੈਕਟ੍ਰਿਕ। ਨਹੀਂ ਹੈਗੀ। ਅੱਛਾ, ਮੈਂ ਤਾਂ ਕਹਿੰਦੀ ਨਹੀਂ ਹੈਗੀ। ਮੈਂ ਨਹੀਂ ਚਲੋ
ਇੱਥੇ ਬਈ ਇੱਥੇ ਆ ਮਤਲਬ ਡੀਲ ਕਰਨ ਚੱਲੇ ਆ ਆਪਾਂ ਇਹ ਖਰੀਦ ਲੈਣਾ ਅੱਜ ਕਿੰਨੇ ਦੀ ਗੱਲ ਹੋਈ ਆ ਪੈਸੇ ਭਰ ਕੇ ਡਾਲਰ ਭਰੇ ਨੇ ਗੱਲ ਕੀ ਕਰਨਾ ਹੈ ਨਹੀਂ 4 ਬੰਦੇ ਦਾ ਹੈਗਾ ਤੇ ਉਸ ਦਿਨ ਮੈਂ ਆਇਆ ਸੀ ਇੱਕ ਗੋਰੀ ਨਾਲ ਨਹੀਂ ਉਹ ਸ਼ੇਅਰ ਕਹੀਂ ਕਹਿੰਦੇ ਆਪਾਂ ਸ਼ੇਅਰ ਨਹੀਂ ਕਰਦੇ ਹਾਂ ਕਿ ਚੱਲ what is this ਐਲੀਵੇਟਰ ਹੁੰਦਾ ਵੀਰੇ elevator lift so ਆ ਜਾ 301 ਉਧਰ ਆ ਸਾਰੇ ਹੀ ਸਮਾਨ ਬਾਹਰ ਹੁੰਦਾ ਇਹਨਾਂ ਦਾ डिलीवरी बॉय हाउ आर यू पीछे हो जाओ पीछे हो जा कॉल प्रभ कोडवा Prab Korwa, say yes or select another. Oh fuck मेरा नंबर आ गया नंबर ਲਗਾਉਣਾ ਪੈਣਾ ਹੁਣ ਮੈਨੂੰ ਨਹੀਂ ਤੇ ਪੂਰੀ ਹੋ ਜਾਣੀ ਮੇਰੀ ਇਦਾਂ ਹੋ ਜਾਂਦਾ ਯੂ نو ਆਈ ਐਮ ਸੈਲੀਬ੍ਰਿਟੀ ਬਹੁਤ ਤਗੜਾ 25 ਮੁਲਕਾਂ ਦੀ ਫੌਜ ਪਈ ਮੇਰੇ ਪਿੱਛੇ ਉਹ ਜਾ ਜਾਂਦਾ ਵੇ ਓਏ ਜਾ ਰਿਹਾ ਮੈਂ 25 ਮੁਲਕਾਂ ਦੀ ਪੁਲਿਸ ਪਿੱਛੇ ਢੂੰਡਣ ਨੂੰ ਨਹੀਂ ਪਈ ਯਾਰ ਹਾਂ ਹੋਰ ਵੀ ਮੈਂ पूर्ति इधर भी गैस स्टेशन है इधर भी गैस स्टेशन है बीच में हम हैं सो इस टाइम जब होरेंटारियो स्ट्रीट पे एंड दैट्स इट फॉर टुडे कुछ रह गया ਨਹੀਂ कोई फीचर दस यार कोई नवा ਯਾਦ ਨਹੀਂ ਆਉਂਦਾ ਹਾਂ ਬਾਕੀ ਹੁਣ ਦੱਸਣਾ ਵਾ ਤੁਹਾਨੂੰ ਇਹਦੀ ਸੀਟਾਂ ਦਾ ਇਹ ਸੀਟਾਂ ਸਾਰੀ ਫੁੱਲੀ ਆਟੋਮੈਟਿਕ ਨੇ ਜਿਵੇਂ ਅੱਗੇ ਪਿੱਛੇ ਕਰਨੀ ਆ ਆਪਾਂ ਉੱਪਰ ਨੀਚੇ ਇਹ ਤੁਹਾਨੂੰ ਕਿਤੇ ਗੱਡੀ ਖੜੀ ਕਰਾਂਗੇ ਫਿਰ ਦਿਖਾਣਾ ਮੈਂ ਮਤਲਬ ਇਦਾਂ ਐਦਾਂ ਕਰਨੀ ਹੈ ਇਦਾਂ ਜਿਵੇਂ ਟਾਈਟ ਕਰਨੀ ਹੈ ਖੋਲਣੀ ਹੈ ਹਾਂ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਨੇ ਇਹ ਟਾਈਟ ਹੋ ਜਾਂਦੇ ਜਿਹੜੀ ਇਹ ਚੀਜ਼ਾਂ ਨੇ ਇਹ ਟਾਈਟ ਅੰਦਰ ਨੂੰ ਹੋ ਜਾਂਦੀਆਂ ਨੇ ਬਾਹਰ ਨੂੰ ਹੋ ਜਾਂਦੀਆਂ ਨੇ ਇੱਧਰ ਇਹ ਚੀਜ਼ ਬਾਹਰ ਆ ਜਾਂਦੀ ਹੈ ਇਹ ਪਿਛਲੀ ਸੀਟ ਬਾਹਰ ਆਉਂਦੀ ਹੈ ਉੱਪਰ ਨੀਚੇ ਕਰਨਾ ਠੀਕ ਹੈ ਇਹ ਥੱਲੋਂ ਉੱਪਰ ਨੀਚੇ ਕਰਨਾ ਜਿਵੇਂ ਆ ਮੇਰੀ ਆ ਇੱਧਰ ਲੱਗਾ ਦੇਖੋ ਇਹਨੂੰ ਸੀਟ ਹਾਰੀ ਬਣਿਆ ਇਹਨੂੰ ਥੱਲੇ ਕੀਤਾ ਥੱਲੇ ਹੋਣ ਲੱਗ ਗਈ ਹੈ ਉੱਪਰ ਕੀਤਾ ਉੱਪਰ ਹੋਣ ਲੱਗ ਗਈ ਹੈ ਇਹਨੂੰ ਪਿੱਛੇ ਨੂੰ ਕੀਤਾ ਇਹ ਚੀਜ਼ ਪਿੱਛੇ ਹੋਣ ਲੱਗ ਗਈ ਹੈ ਠੀਕ ਹੈ ਬਾਕੀ ਇਹ ਬਟਨ ਲੱਗਿਆ 2 ਛੋਟੇ ਇਹ ਨਾਲ ਜਿਹੜੀ ਆ ਬੈਕ ਹੈ ਇਹਦੀ ਬੈਕ ਆ ਉਹ ਅੰਦਰ ਬਾਹਰ ਆਉਂਦੀ ਆ ਠੀਕ ਆ ਬਾਕੀ ਐਕਸਪਲੋਰਰ ਦੀ ਇੱਕ ਦਿਨ ਬਣਾਣੀ ਆ ਐਕਸਪਲੋਰਰ ਦੀ ਆਇਆ ਐਕਸਪਲੋਰਰ ਚ ਮਸਾਜ ਸੀਟਾਂ ਨੇ ਯਾਰ ਉਹ ਮਹਿੰਗੀ ਆ ਐਕਸਪਲੋਰਰ ਦੀ ਵੀਡੀਓ ਬਣਾਣੀ ਇੱਕ ਦਿਨ ਉਹ ਥੋੜੀ ਫੈਮਿਲੀ ਹਾਂ ਉਹ ਫੈਮਿਲੀ ਕਾਰ ਆ 7 ਸੀਟਰ ਹੋ ਗਿਆ ਨਾ ਸੋ ਬਸ ਆਹੀ ਅੱਜ ਜੋ ਗਾ ਕਰ ਬਹੁਤ ਆ ਕਰ ਦੀ ਖਤਮ ਯੈਸ ਕਿੱਦਾਂ ਸੁਣਾ ਹੋਰ ਕੁਝ ਬਾਏ ਬਾਏ ਨਹੀਂ ਇਹ ਵਾਲੀ ਵੀਡੀਓ ਨਹੀਂ ਪਾਣੀ ਆ ਮੈਂ ਸਾਰੀ ਪਾਣੀ ਆ ਭਰਾਵਾ ਠੀਕ ਆ ਇਹ ਮੇਰਾ ਕੈਮਰਾ ਇੱਥੇ ਮੇਰੀ ਚੱਲਦੀ ਆ ਇੱਕ ਚੀਜ਼ ਪਏਗੀ ਵਕੀਲ ਕਰ ਲੈਣਾ ਤੂੰ ਵਕੀਲ ਕਰ ਜੋ ਮਰਜ਼ੀ ਕਰ ਤੂੰ ਕਾਪੀਰਾਈਟ ਪਾ ਦੇ ਕਾਪੀਰਾਈਟ ਸਟ੍ਰਾਈਕ ਸਾਰਾ ਕੁਝ ਪਊਗਾ ਠੀਕ ਹੈ ਤੂੰ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਚੱਲ ਚੰਗਾ ਬਾਏ ਓਕੇ ਬਾਏ ਬਾਏ ਜੀ ਸਾਰਿਆਂ ਨੂੰ ਤੇ ਐਂਡ ਚ ਕੀ ਕਹਿਣਾ ਹੁੰਦਾ ਆਪਾਂ ਐਂਡ ਕੀ ਕਹਿਣਾ ਸੀ ਯੂ ਸੂਨ ਗੁੱਡ ਨਾਈਟ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਗੱਭਰੂ ਦੀ ਚੰਗੀ ਹੋ ਰਹੀ ਏ ਆਹ ਗੱਲ ਗੱਭਰੂ ਦੀ ਚੰਗੀ ਹੋ ਰਹੀ ਏ ਆਹ ਗੱਲ ਗੱਭਰੂ ਦੀ ਚੰਗੀ ਬੀਬੀ ਆ ਗਈ bro how are you bro how are you ਵਲੌਗ ਚ ਆ ਰਿਹਾ ਤੂੰ ਵਲੌਗ ਚ ਆ ਰਿਹਾ ਬੀਮਰ ਤੇ ਵਲੌਗ ਬਣਾਇਆ ਅੱਜ ਲੋ ਜੀ ਪੂਰੀ ਗੱਡੀ ਦਿਖਾਵਾਂਗੇ ਇੱਕ ਦਿਨ ਆਦੀ ਵੀ ਆਣਾ ਕੰਮ ਦੇ ਕੱਪੜਿਆਂ ਚ ਇਟਸ ਓਕੇ ਬ్రో ਬਾਈ ਕੰਮ ਤੋਂ ਆਏ ਹੋ ਹੈ ਵੀਰ ਜੀ ਕੰਮ ਤੋਂ ਆਏ ਹੋ ਆਓ ਡਿਲੀਵਰੀ ਨਹੀਂ ਲਈ ਬਈ ਇਹਨਾਂ ਨੇ ਕਹਿੰਦੇ ਥੋੜੀ ਦੇਰ ਚ ਆ ਜੀ ਘੰਟੇ ਦੇਰ ਤੱਕ ਅੱਛਾ ਲਾ ਕੇ ਆ ਜਾਾਂਗੇ